हाँ जी। सो मैग्नीफिकेशन ਆਪਾਂ ਦੋ ਵੇ ਨਾਲ ਡਿਫਾਈਨ ਕਰਦੇ ਹਾਂ, ਹਾਈਟ ਆਫ ਇਮੇਜ ਤੇ ਹਾਈਟ ਆਫ ਆਬਜੈਕਟ ਦੀ ਰੇਸ਼ੋ, ਤੇ ਦੂਜੇ ਪਾਸੇ ਡਿਸਟੈਂਸ ਆਫ ਇਮੇਜ ਤੇ ਡਿਸਟੈਂਸ ਆਫ ਆਬਜੈਕਟ ਦੀ ਰੇਸ਼ੋ। ਜੇ ਇਹ ਮਿਰਰ ਚ ਹੋਏਗਾ ਬੇਟਾ ਤੇ ਮਿਰਰ ਵੇਲੇ ਇੱਥੇ ਇੱਕ ਐਡੀਸ਼ਨਲ ਮਾਈਨਸ ਚੱਲਣੀ, ਅਦਰਵਾਈਜ਼ ਫਾਰਮੂਲਾ ਸੇਮ ਹੀ ਹੈਗਾ। ਇੰਨੀ ਗੱਲ ਕਲੀਅਰ ਹੈ? यस सर। यस सर। बोर्ड क्लियर दिखता पे? यस सर। आवाज आ रही है ना पूरी? हाँ जी सर। ओके, ये चेक कर बेटा, तू इधर उधर होके देख, तेरे नेटवर्क की हो सकती शायद आई होवे प्रॉब्लम। सो मिरर फॉर्मूले ਦੇ ਅੰਦਰ ਇੱਥੇ ਨਾਲ ਮੈਗਨੀਫਿਕੇਸ਼ਨ ਚੱਲਦੀ, ਜਦੋਂ ਮਿਰਰ ਚ ਮੈਗਨੀਫਿਕੇਸ਼ਨ ਲਵਾਂਗੇ ਲੈਂਸ ਵਾਸਤੇ ਆ ਰਿਲੇਸ਼ਨ, ਇਹਨੂੰ ਜਸਟੀਫਾਈ ਕਰਨ ਲਈ ਕਿ ਇਹਦੇ ਸਾਈਨ ਇਸ ਵੇ ਨਾਲ ਆਣੇ ਆ। ਆਪਾਂ ਦੋ ਕੇਸਿਸ ਬਣਾਉਣ ਲੱਗੇ, ਰੀਅਲ ਇਮੇਜ ਹੋਏਗੀ, ਇਹ ਆਬਜੈਕਟ ਦੀ ਰੀਅਲ ਇਮੇਜ ਆ, ਤੇ ਰੀਅਲ ਇਮੇਜ ਵੇਲੇ ਆਪਣੇ ਕੋਲ ਇਹਨਾਂ ਸਾਰੇ ਵੇਰੀਏਬਲਸ ਨੂੰ ਸਾਈਨ ਦੇ ਦੇ। ਰੀਅਲ ਇਮੇਜ ਹਮੇਸ਼ਾ ਲੈਂਸ ਤੇ ਕਿਸ ਸਾਈਡ ਬਣਦੀ, ਆਬਜੈਕਟ ਸਾਈਡ ਤੇ ਦੂਜੀ ਸਾਈਡ, दूसरी साइड है ना। ਇਹਦਾ ਮਤਲਬ ਹੈ ਕਿ ਜੇ ਆਪਣੇ ਕੋਲ ਲੈਂਸ ਲਈਏ ਰੀਅਲ ਵਾਸਤੇ ਤਾਂ ਕਨਫਰਮਡ ਹੀ ਆ ਕਿ ਲੈਂਸ ਕਨਵੈਕਸ ਹੀ ਹੋਊਗਾ, ਕਿਉਂਕਿ ਵਰਚੁਅਲ ਇਮੇਜ ਜਿਹੜੀ ਆ ਹਨਾ ਉਹ ਕਨਵੈਕਸ ਕਨਕੇਵ ਦੋਨਾਂ ਨਾਲ ਬਣਦੀ, ਪਰ ਰੀਅਲ ਸਿਰਫ ਕਨਵੈਕਸ ਨਾਲ ਬਣਦੀ। ਇਹਦੇ ਵਿੱਚ ਆਪਾਂ ਐਸਐਚ ਤੇ ਆਬਜੈਕਟ ਤੇ ਇਹਦੀ ਰੀਅਲ ਇਮੇਜ ਇਸ ਸਾਈਡ ਸ਼ੋ ਕਰਾਂ, ਤੇ ਇਹਦਾ ਮਤਲਬ ਹੋ ਗਿਆ u ਮੇਰਾ 네ਗੇਟਿਵ ਹੋਏਗਾ ਤੇ v ਸਾਡੇ ਕੋਲ ਪੋਜ਼ਿਟਿਵ ਆ। h1 ਆਬਜੈਕਟ ਦੀ ਹਾਈਟ ਜਿਹੜੀ ਉਹ ਪੋਜ਼ਿਟਿਵ ਆ, ਤੇ h2 इमेज ਦੀ ਹਾਈਟ ਜਿਹੜੀ ਉਹ ਮੇਰੀ 네ਗੇਟਿਵ। ਠੀਕ ਹੈ, ਇਹ ਗੱਲ ਸਮਝ ਲੱਗ ਰਹੀ? यस सर। ਹੁਣ ਜੇ ਇਹਨਾਂ ਸਾਈਨ ਦੇ ਨਾਲ ਆਪਾਂ ਮੈਗਨੀਫਿਕੇਸ਼ਨ ਨੂੰ ਸਾਈਨ ਲਗਾਈਏ ਤੇ देयरफॉर m h2 ਮੇਰਾ ਮਾਈਨਸ ਹੋਏਗਾ, h1 ਮੇਰਾ ਪਲੱਸ ਹੋਏਗਾ, v ਸਾਡੇ ਕੋਲ ਪਲੱਸ v ਹੋਏਗਾ ਤੇ u ਸਾਡੇ ਕੋਲ ਮਾਈਨਸ u, ਤੇ ਦੋ ਮਾਈਨਸ ਆਪਸ ਦੇ ਵਿੱਚ ਐਡਜਸਟ ਹੋ ਜਾਣੀਆਂ। अल्टीमेट मेरे को टर्म जी आ, ठीक है जी, वो प्लस दे विच कितना जी फार्मूला दे दी, यानी आ की फार्मूला आ जाए। इतनी गल समझ लग रही? यस सर। यस सर। सेकंड केस इसके अंदर आंदा ਤੁਹਾਡੇ ਕੋਲ वर्चुअल इमेज। वर्चुअल इमेज ਅਸੀਂ ਕਿਹਾ ਸੀ ਜੀ ਇਰੈਕਟ ਹੁੰਦੀ ਤੇ ਆਬਜੈਕਟ ਵਾਲੀ ਸਾਈਡ ਤੇ ਹੀ ਆਂਦੀ, इसलिए ਇਹਦੇ ਵਿੱਚ ਇੱਕ ਚੀਜ਼ ਦਿਮਾਗ 'ਚ ਰੱਖਿਓ, ਦੋ ਸਾਈਨ ਸੇਮ ਚੱਲੀ ਜਾਣੇ। ਜਿਹੜਾ ਆਪਣੇ ਕੋਲ u ਦਾ ਸਾਈਨ ਆ, ਮੋਸਟ ਆਫ ਦਾ ਕੇਸਿਸ ਦੇ ਅੰਦਰ ਜਦੋਂ ਤੱਕ ਕੋਈ ਸਪੈਸ਼ਲ ਕੇਸ ਨਹੀਂ ਬਣੂਗਾ u ਹਮੇਸ਼ਾ 네ਗੇਟਿਵ ਹੋਏਗਾ ਤੇ h1 ਹਮੇਸ਼ਾ ਪੋਜ਼ਿਟਿਵ, ਇਹ ਦੋ ਸਾਈਨ ਤਾਂ ਪੱਕੇ। ਇਮੇਜ h2 ਤੇ v ਦੇ ਸਾਈਨ ਜਿਹੜੇ ਨੇ ਉਹ ਚੇਂਜ ਹੋ ਗਏ ਕਿ ਇਮੇਜ ਰੀਅਲ ਆ ਕਿ ਵਰਚੁਅਲ ਆ। ਲੈਂਸ ਦੇ ਦੋ ਸਾਈਨ ਪੱਕੇ ਆ, ਜੇ ਕਨਵੈਕਸ ਲੈਂਸ ਵਾ ਤੇ ਫੋਕਲ ਲੈਂਥ ਪੋਜ਼ਿਟਿਵ ਆ, कनकेव लेंस है फोकल लेंथ नेगेटिव है। इतनी गल समझ लग रही? यस यस सर। चल, सो वर्चुअल इमेज वास्ते लेके चलिए, ते वर्चुअल इमेज दे अंदर ਤੁਹਾਡੇ ਕੋਲ इमेज ਦੀ हाइट इरेक्ट बन जानी है, इसलिए h2 प्लस ਦਾ आ गया, और ऑब्जेक्ट ਦੀ हाइट हमेशा प्लस हैगी यानी प्लस h1 आ गया, और क्योंकि वर्चुअल इमेज है इसे पासे बनेगी इसलिए u भी ते v दोनों दे दोनों नेगेटिव है, इसलिए इतने माइनस b ओवर माइनस u, माइनस एडजस्ट होके रिलेशन पे आगे वाला अपना बन जाए। इतनी गल समझ लग रही पहले? यस सर। वो बाकी जाने भी रिस्पोंड कर लिया कि मुझे रोज कहना पैंदा है इतनी गल। यस सर। यस सर। यस सर। ये साइन क्लियर, किसी को डाउट तो नहीं हैगा? चलो ਇਹਦੇ ਵਿੱਚ ਹੀ ਕੁਝ ਕਰਨ ਲੱਗਿਆ, ਉਹਦੇ ਆਨਸਰਸ ਤੁਹਾਡੇ ਤੋਂ ਨਹੀਂ ਪੁੱਛਾਂਗਾ। ਉਹਨੇ ਕਿਹਾ ਜੀ ਆਇਡੈਂਟੀਫਾਈ, ਇਹ ਹਜੇ ਖਤਮ ਨਹੀਂ ਹੋਇਆ, ਮੈਗਨੀਫਿਕੇਸ਼ਨ ਚ ਆਪਾਂ ਕੁਝ ਹੋਰ ਹਜੇ ਐਡ ਕਰਨਾ। ਆਇਡੈਂਟੀਫਾਈ ਨੇਚਰ ਆਫ ਐਨ ਇਮੇਜ, ਆਇਡੈਂਟੀਫਾਈ ਨੇਚਰ ਆਫ ਐਨ ਇਮੇਜ ਐਂਡ ਟਾਈਪ ਆਫ ਲੈਂਸ। ਉਹ ਕਹਿੰਦਾ ਜੀ ਦੋ ਚੀਜ਼ਾਂ ਤੁਸੀਂ ਆਇਡੈਂਟੀਫਾਈ ਕਰਕੇ ਦੱਸੋ ਕੀ ਹੋਣਗੀਆਂ। ਤੁਹਾਡੇ ਕੋਲ ਜਿਹੜੀ ਇਮੇਜ ਬਣੀ ਉਹਦੀ ਨੇਚਰ, ਤੇ ਤੁਹਾਡੇ ਕੋਲ ਲੈਂਸ ਦਾ ਕਹਿੰਦਾ ਜੀ ਟਾਈਪ ਕਿਹੜੀ ਆ, ਕਨਵੈਕਸ ਆ ਕਨਕੇਵ ਆ, ਕਿਹੜਾ ਲੈਂਸ ਹੈਗਾ ਆਪਣਾ, ਉਹਨੂੰ ਆਇਡੈਂਟੀਫਾਈ ਕਿੱਥੋਂ ਕਰਨਾ। ਉਹਨੇ ਨੀਚੇ ਕੁਝ ਵੈਲਿਊ ਦੇਣ ਲੱਗਿਆ, ਆਪਾਂ ਨੂੰ ਇੱਕ ਵੈਲਿਊ ਦਿੱਤੀ ਪਹਿਲੇ ਕੇਸ ਦੇ ਅੰਦਰ
m ਦੀ ਵੈਲਿਊ +0.5 m ਦੀ ਵੈਲਿਊ +0.5 ਆ। ਦੂਜੀ ਵਾਰੀ ਉਹਨੇ ਕਹਿਤਾ m ਦੀ ਵੈਲਿਊ -0.5 ਆ। बोर्ड क्लियर नहीं दिखता पे बोर्ड क्लियर दिख रहा सारे नु हाँ जी सर। यस सर। सर थोड़ा बड़ा लिख दो। ओके डन। हाँ जी m दे दो वैल्यूज लिखियां एक होर लिख रहे हैं। मान लो m की वैल्यू ने अपने को दी है +3.5 ठीक है जी प्लस दे विच कहना जी 3.5 वो कहना कितना केसेस दे अंदर दसो अपने को लेंस केड़ा ठीक है ਉਹਦੇ ਲਈ ਇੱਕ ਗੱਲ ਬੋਲ ਰਿਹਾ बेटा दिमाग च रख लियो m ਦਾ जो साइन होएगा m ਦਾ जो साइन होएगा ये हमेशा h2 ਦਾ साइन बनना हमेशा जो m ਦਾ साइन है फिर रिपीट कर रहा h1 मेरा हर बारी पॉजिटिव ही है H2 जे नेगेटिव होया ते M नेगेटिव हो जू H2 पॉजिटिव होया ते M पॉजिटिव है ये गल समझ लग रही यस Yes सर। यस sir. सर। ਇਹਦਾ ਮਤਲਬ ਜੇ ਪਹਿਲਾ ਕੇਸ ਲੈ ਕੇ ਚੱਲੀਏ ਪਹਿਲੇ ਕੇਸ 'ਚ ਆਪਾਂ ਨੂੰ ਇੱਕ ਚੀਜ਼ ਤਾਂ ਮਿਲ ਗਈ ਆ H2 ਪੋਜ਼ਿਟਿਵ ਔਰ H2 ਪੋਜ਼ਿਟਿਵ ਦਾ ਮਤਲਬ ਆ ਇਮੇਜ ਸਿੱਧੀ ਬਣੀ ਸਿੱਧੀ ਇਮੇਜ ਹਮੇਸ਼ਾ ਮੇਰੀ ਵਰਚੁਅਲ ਹੁੰਦੀ ਆ ਯਾਨੀ ਇੱਕ ਚੀਜ਼ ਤਾਂ ਮੈਨੂੰ ਪਤਾ ਲੱਗੀ ਹੈ ਕਿ ਵੀ ਮੇਰੇ ਕੋਲ ਇਮੇਜ ਵਰਚੁਅਲ ਆ ਹੁਣ ਦੂਜਾ ਵਰਡ ਉਹਨੇ ਕਿਹਾ ਕਿ ਵੀ ਲੈਂਸ ਵੀ ਦੱਸੋ ਕਿਹੜਾ ਹੋਇਆ ਫਿਰ क्योंकि वर्चुअल कन्वेक्स भी बनाती है कनकेव भी बनाती है फिर ਅਸੀਂ ਇਹਦੀ ਵੈਲਿਊ ਦੇਖਾਂਗੇ ਜਿਹੜੀ ਵੈਲਿਊ ਆਏਗੀ ਠੀਕ ਹੈ ਜੀ 0.5 ਇਹ ਇੱਕ ਤਰ੍ਹਾਂ 5/10 ਆ ਗਈ ਉਹ 0.5 ਨੂੰ 5/10 ਪੜ ਲਈਏ यस Sir. ਠੀਕ ਹੈ ਜੀ Yes, sir. ਤੇ ਇਸ ਰੇਸ਼ੋ ਨੂੰ ਜੇ ਮੈਂ ਇਸ ਰੇਸ਼ੋ ਨੂੰ H2/H1 ਦੇ ਬਰਾਬਰ ਲਿਖ ਦਵਾਂ ਤੇ ਇਹਦਾ ਮਤਲਬ ਹੋਇਆ ਜਦੋਂ H1 ਦੀ ਵੈਲਿਊ 10 ਮੀਟਰ ਆ H2 5 ਮੀਟਰ ਆ ਇਹਦਾ ਮਤਲਬ ਇਮੇਜ ਜਿਹੜੀ ਆ ਆਬਜੈਕਟ ਤੋਂ ਛੋਟੀ ਆ ਕਿ ਵੱਡੀ ਆ छोटी। ਛੋਟੀ ਬਣਦੀ ਪਈ ਹੁਣ ਦੋ ਚੀਜ਼ਾਂ ਧਿਆਨ ਚ ਲਿਆਓ ਇਮੇਜ ਆ ਸਾਈਨ ਕਿੰਦਾ ਪਿਆ ਵਰਚੁਅਲ ਆਏਗੀ ਠੀਕ ਹੈ ਔਰ ਆ ਵੈਲਿਊ ਮੈਨੂੰ ਦੱਸਦੀ ਪਈ ਆ ਕਿ ਇਮੇਜ ਦਾ ਸਾਈਜ਼ ਛੋਟਾ ਹੋਊਗਾ ਹੁਣ ਵਰਚੁਅਲ ਵੀ ਹੋਵੇ ਤੇ ਸਾਈਜ਼ ਛੋਟਾ ਵੀ ਹੋਵੇ ਇਹ ਕਿਹੜਾ ਲੈਂਸ ਜਸਟੀਫਾਈ ਕਰਦਾ ਉਹ ਤਾਂ ਸਾਰਿਆਂ ਨੂੰ ਪੁੱਛਿਆ ਮੈਂ ਜੇ ਮੈਨੂੰ ਇਹ ਪਤਾ ਕਿ ਵੀ ਇਸ ਕੇਸ ਦੇ ਅੰਦਰ ਇਮੇਜ ਵਰਚੁਅਲ ਆ ਗਈ ਉਹ ਸਾਈਨ ਨੇ ਦੱਸ ਦਿੱਤਾ ਵੈਲਿਊ ਮੈਨੂੰ ਇਹ ਦੱਸਦੀ ਪਈ ਆ ਕਿ ਵੀ ਇਮੇਜ ਛੋਟੇ ਸਾਈਜ਼ 'ਚ ਬਣੇਗੀ ਆਬਜੈਕਟ ਨਾਲ ਤੇ ਵਰਚੁਅਲ ਤੇ ਛੋਟੀ ਇਮੇਜ ਬਣਾਉਂਦਾ कनकेव lens. ਕਨਕੇਵ ਲੈਂਸ ਯਾਨੀ ਇਹ ਤੋਂ ਤੁਸੀਂ ਟਾਈਪ ਆਫ ਲੈਂਸ ਆਇਡੈਂਟੀਫਾਈ ਕਰ ਸਕਦੇ ਕਿ ਇਮੇਜ ਵਰਚੁਅਲ ਬਣੀ ਠੀਕ ਹੈ ਜੀ ਔਰ ਇਮੇਜ ਦਾ ਸਾਈਜ਼ ਜਿਹੜਾ ਆਬਜੈਕਟ ਤੋਂ ਛੋਟਾ ਆਇਆ ਤੇ ਵਰਚੁਅਲ ਤੇ ਛੋਟੀ ਇਮੇਜ ਕਨਕੇਵ ਬਣਾਉਂਦਾ ਇਹਦੇ ਕੋਰਸਪੋਂਡਿੰਗ ਤੀਜਾ ਸਾਈਨ ਆਪਾਂ ਪਹਿਲਾਂ ਲੈਣ ਲੱਗੇ ਜੇ ਥਰਡ ਦੇ ਵਿੱਚ ਚੱਲਾਂ ਫਿਰ ਪਲੱਸ ਆਇਆ ਪਲੱਸ ਮੈਨੂੰ ਦੱਸੂਗਾ ਇਮੇਜ ਮੇਰੀ ਵਰਚੁਅਲ ਇਹਦਾ ਮਤਲਬ H2 ਪੋਜ਼ਿਟਿਵ ਹੈ ਤੇ ਇਹਦਾ ਮਤਲਬ ਮੇਰੀ ਇਮੇਜ ਵਰਚੁਅਲ ਹੈ ਔਰ ਵੈਲਿਊ ਮੇਰੇ ਕੋਲ 1 ਤੋਂ ਗ੍ਰੇਟਰ ਆਈ ਹੈ ਠੀਕ ਹੈ ਜੇ ਵੈਲਿਊ ਮੇਰੀ 1 ਤੋਂ ਗ੍ਰੇਟਰ ਆਈ ਹੈ ਤੇ ਇਹਦਾ ਇਹ ਮਤਲਬ ਇਹ ਹੋਇਆ ਇਮੇਜ ਵਰਚੁਅਲ ਵੀ ਆ ਪਰ ਮੈਗਨੀਫਾਈਡ ਆ ਤੇ ਜੇ ਵਰਚੁਅਲ ਤੇ ਮੈਗਨੀਫਾਈਡ ਇਮੇਜ ਬਣੇ ਤੇ ਉਹ ਮੇਰੇ ਕੋਲ ਐਸ ਕਨਵੈਕਸ ਲੈਂਸ ਬਣਾਏਗਾ यस सर। ठीक है जी हुन विचले ते आ जाओ जे m -0.5 आ है ना ते माइनस दा मतलब ये हो गया H2 माइनस आ H2 माइनस उदों हुंदा जदों इमेज रियल आ ये च होर कुछ सोचने दी लोड़ ही नहीं क्योंकि रियल इमेज सिर्फ ਅਸੀਂ ਕਹਿੰਦੇ कन्वेक्स लेंस ने प्रोड्यूस करनी यानी इस केस ਦੇ ਅੰਦਰ चलिए पहले वाले केस ਚ ਚੱਲਣਾ ਤੇ ਆਪਣੇ ਕੋਲ ਲੈਂਸ ਜਿਹੜਾ ਉਹ ਕਨਕੇਵ ਆ ਇਮੇਜ ਆਪਣੀ ਜਿਹੜੀ ਆ ਉਹ ਵਰਚੁਅਲ ਜੇ ਸੈਕਿੰਡ ਕੇਸ ਨੂੰ ਲੈ ਕੇ ਚੱਲੀਏ ਤੇ ਆਪਣੇ ਕੋਲ ਲੈਂਸ ਜਿਹੜਾ ਉਹ ਕਨਵੈਕਸ ਵਾ ਤੇ ਇਮੇਜ ਉਹਦੀ ਰੀਅਲ ਤੇ ਜੇ ਥਰਡ ਕੇਸ ਲੈ ਲਓ ਲੈਂਸ ਆਪਣਾ ਕਨਵੈਕਸ ਵਾ ਕਿਉਂਕਿ ਇਮੇਜ ਮੈਗਨੀਫਾਈਡ ਇਮੇਜ ਆਈ ਹੈ ਵਰਚੁਅਲ ਦੇ ਨਾਲ ਤੇ ਇਮੇਜ ਆਪਣੀ ਵਰਚੁਅਲ क्या आ चीज समझ लगी बेटा यस सर। Yes sir. करा कंटिन्यू यस सर। चलो यस सर। ਇਸੇ ਦੇ ਵਿੱਚੋਂ ਨੇ ਇਹਦੇ ਦੋ ਫਾਰਮੂਲੇ ਬੋਰਡ ਦਿੱਤੇ ਹੋਏ ਆਪਾਂ ਆਪਣੇ ਕੋਲ m ਦਾ ਜਨਰਲ ਫਾਰਮੂਲਾ ਆ ਬਣ ਗਿਆ H2/H1 = v/u ਇਸੇ ਦੇ ਨਾਲ ਰਿਲੇਟਡ ਉਹਨੇ ਆਪਾਂ ਨੂੰ ਇਹ ਕਿਹਾ ਕਿ ਜੇਕਰ ਕਿਸੇ ਲੈਂਸ ਵਾਸਤੇ ਕਨਵੈਕਸ ਕਨਕੇਵ ਕੋਈ ਵੀ ਹੋਵੇ
ਇੱਕ ਮੈਨੂੰ ਲੈਂਸ ਦੀ ਫੋਕਲ ਲੈਂਥ ਪਤਾ ਹੋਵੇ, ਨਾਲ ਮੇਰੇ ਕੋਲ ਆਬਜੈਕਟ ਜਾਂ ਇਮੇਜ ਦਾ ਡਿਸਟੈਂਸ ਹੋਵੇ, ਠੀਕ ਹੈ ਨਾ। ਫੋਕਲ ਲੈਂਥ ਗਿਵਨ ਹੈ ਲੈਂਸ ਦੀ, ਨਾਲ u ਜਾਂ v ਕੁਛ ਇੱਕ ਗਿਵਨ, ਉਹ ਕਹਿੰਦਾ ਜੀ ਫਿਰ ਫਾਈਂਡ ਆਊਟ ਕਰੋ ਉਦੋਂ ਮੈਗਨੀਫਿਕੇਸ਼ਨ ਕਿੱਦਾਂ ਕਰਨੀ, ਤੇ ਆਪਾਂ ਉਹਨੂੰ ਇਸ ਵੇ ਨਾਲ ਡਿਵੈਲਪ ਕਰ ਦਿੰਦੇ ਹਾਂ ਰਿਜ਼ਲਟ ਨੂੰ। we know that lens formula ਸੀਗਾ 1/v minus 1/u equal to 1/f। m ਜਿਹੜਾ v/u ਨੂੰ ਕਿਹਾ ਗਿਆ ਵਾ, ਇਹਦਾ ਮਤਲਬ ਇਸ ਪੂਰੀ ਇਕੁਏਸ਼ਨ ਆਪਾਂ v ਨਾਲ ਮਲਟੀਪਲਾਈ ਕਰ ਦਈਏ ਦੋਨੋਂ ਪਾਸੇ, ਤੇ therefore ਜਦ ਇਕੁਏਸ਼ਨ ਬਣ ਜੂ, therefore ਆਪਣੇ ਕੋਲ ਇਕੁਏਸ਼ਨ ਆ ਜਾਏਗੀ v/v minus v/u equal to v/f। ਇਹਨੂੰ ਸੋਲਵ ਕਰਕੇ ਲਿਖਾਂ ਤੇ 1 minus v/f equal to v/u, ਤਾਂ हम ਰੀਅਰੇਂਜ ਕਰ ਦਿਓ ਤੇ ਇੱਥੇ ਅਸੀਂ ਦੱਸ ਕੇ ਆਏ ਆ v/u ਨੂੰ m ਲਿਖ ਸਕਦੇ, ਇਹ ਮਤਲਬ ਇੱਥੇ m ਦਾ ਫਾਰਮੂਲਾ ਡਿਫਾਈਨ ਕਰਾਂ ਤੇ m ਆ ਜਾਏਗਾ f minus v/f। ਯਾਨੀ ਜੇ ਮੇਰੇ ਕੋਲ ਫੋਕਲ ਲੈਂਥ ਤੇ ਇਮੇਜ ਡਿਸਟੈਂਸ ਹੋਵੇ ਤੇ ਇਹਨਾਂ ਦੋ ਵੇਰੀਏਬਲ ਦੀ ਹੈਲਪ ਨਾਲ ਤੁਸੀਂ ਮੈਗਨੀਫਿਕੇਸ਼ਨ ਕਰ ਸਕਦੇ ਹੋ। ਕਲੀਅਰ ਹੈ ਬੱਚੇ? Yes, sir. Yes, sir. Yes, sir. ਸੇਮ ਇਦਾਂ ਹੀ ਦੂਜਾ ਫਾਰਮ ਬਣਾ ਦਿਓ ਕਿ b ਨਾਲ ਮਲਟੀਪਲਾਈ ਕੀਤਾ, ਦੂਜੇ ਰੀ u ਨਾਲ ਕਰਕੇ ਦੇਖਦੇ ਨੇ, ਇਹਦਾ ਸੈਕੰਡ ਫਾਰਮ ਆ ਜਾਏਗੀ। ਆਪਣੇ ਕੋਲ ਫਰਸਟ ਫਾਰਮ ਸੀਗੀ, ਸੈਕੰਡ ਫਾਰਮ ਦੇ ਅੰਦਰ ਰਿਲੇਸ਼ਨ ਆने वाला we know that 1/v minus 1/u equal to 1/f। ਤੇ ਹੁਣ ਤੁਸੀਂ ਮਲਟੀਪਲਾਈ ਜਿੰਨਾ ਕਰਨਾ ਉਹ ਐਸਾ ਤੇ u ਨਾਲ ਕਰ ਲਓ, ਸੋ u/v minus u/u equal to u/f। 8 ਮੇਰੀ 1 ਬਣ ਜਾਣੀ, ਇਹਨੂੰ ਇੱਧਰ ਲੈ ਆਓ, ਇਹਨੂੰ ਦੂਜੇ ਪਾਸੇ ਲੈ ਜਾਵੋ, ਫਿਰ ਇੰਟਰਚੇਂਜ ਕਰਾਂਗੇ। ਇਹਨੂੰ ਕੰਟੀਨਿਊ ਕਰੀਏ ਤੇ ਆਪਣੇ ਕੋਲ ਟਰਮ ਆ ਗਈ u/v equal to u/f plus 1, ठीक है। और अपने को रिजल्ट आ गया u/v equal to u plus f/f, और अपना m किधर इक्वल सेगा, m किधर इक्वल आ v/u। P/u। u, इथे रिवर्स रेशियो लिखी आ, केवल इनको कन्वर्ट कर दियो और v/u equal to f over f plus u, ਤੇ ਹੁਣ ਇਸ v/u ਨੂੰ ਤੁਸੀਂ m ਡਿਫਾਈਨ ਕਰ ਸਕਦੇ ਹੋ, ਤੇ therefore ਸਾਡੇ ਕੋਲ m ਦਾ ਫਾਰਮੂਲਾ ਆ ਗਿਆ f over f plus u। ਆ ਤੁਹਾਡੇ ਕੋਲ ਸੈਕਿੰਡ ਫਾਰਮ ਬਣ ਜਾਏਗੀ, ਠੀਕ ਹੈ ਜੀ। ਮੈਗਨੀਫਿਕੇਸ਼ਨ ਦੀ ਫਰਸਟ ਫਾਰਮ ਮੇਰੇ ਕੋਲ v ਤੇ f ਚ, ਸੈਕਿੰਡ ਫਾਰਮ ਮੇਰੇ ਕੋਲ u ਤੇ f ਚ ਆ ਜਾਏਗੀ। क्या आ दोनों फॉर्मूले क्लियर है? Yes, sir. Yes, sir. Yes, sir. जे इनमें से कोई डाउट तो एक बार जरूर बोलो बेटा, जे क्लियर है फिर अगले टॉपिक से चलना है। हाँ जी बच्चे, इतना क्लियर है पुत्र? Yes, sir. Yes, sir. चलो नेक्स्ट टॉपिक हैगा ਤੁਹਾਡੇ ਕੋਲ। नेक्स्ट टॉपिक ਦੇ ਵਿੱਚ ਕੁਝ ਲਿਖਣ ਵਾਲਾ ਹੈਗਾ ਵਾ ਪੋਰਸ਼ਨ, ਜੇ ਕਹੋ ਤਾਂ ਮੈਂ ਬੋਲਾਂ ਤਾਂ ਤੁਸੀਂ ਲਿਖਣਾ ਕਿ ਮੈਂ ਸਮਝਾਦਾ ਤੇ ਬਾਅਦ ਚੋਂ ਤੁਹਾਨੂੰ ਲਿਖ ਕੇ ਭੇਜਦਾ। ਕੋਈ ਬੋਲੂਗੇ? सर लिख लेंगे नॉर्मल। लिखवा दो सर, लिखवा दो। वादा चलो लिखो जी। फिर नेक्स्ट टॉपिक हैगा ਸਾਡੇ ਕੋਲ combination of lenses, combination of lenses, combination of lenses। ਇਹ ਚ ਲਿਖਿਓ, करना शुरू। Yes, sir. Yes. देखो जी, in different optical instruments, in different optical instruments, in different optical instrument, we always prefer, in different optical instrument, we always prefer a number of lenses,
we always prefer a number of lenses. We always recommended number of lenses in contact rather than to use a single thick lens, rather than to use a single thick lens. लिख रहे जी? Yes. Yes. तो लिखो the basic reason for using combination of lenses are: number one, the basic reason for using combination of lenses are: number one, to increase the overall magnification, to increase the overall magnification of image, formed by the lens, number two, to make the final image erect, with respect to object, the third to last होएगा to reduce the spherical aberrations ਦੇ ਨਾਲ ब्रैकेट ਚ बेशक वर्ड लिख के रख लियो defects। तीसरा पॉइंट बोलिया to reduce the spherical aberrations, ठीक है? इफेक्ट aberrations नो डिफेक्ट कहते हैं। क्या लिख रहे थे पॉइंट? Yes. Yes, sir. Yes, sir. Yes, sir. चलो नेक्स्ट लाइन तो करो शुरू। both lenses, पहला केस बनावांगे इसके अंदर, both lenses are convex in nature, हाँ जी ਹੁਣ ਪਹਿਲਾਂ ਸਮਝ ਲਿਓ ਇੱਕ ਵਾਰੀ, ਫਿਰ ਅੱਗੇ ਕੰਟੀਨਿਊ ਕਰਦੇ ਹਾਂ। ਉਹ ਕਹਿੰਦਾ ਬੱਚੇ, ਮੈਂ ਅੱਗੇ ਵੀ ਇੱਕ ਐਗਜ਼ਾਮਪਲ ਦਿੱਤੀ ਸੀ, ਫਿਰ ਇੱਕ ਵਾਰ ਦੁਬਾਰਾ ਦੱਸਣ ਲੱਗਿਆ। ਕਈ ਵਾਰੀ ਕਈਆਂ ਦੀ ਐਨਕ ਜਿਹੜੀ ਹੈ ਨਾ, ਉਹਦਾ ਨੰਬਰ ਬਹੁਤ ਜ਼ਿਆਦਾ ਹੁੰਦਾ, ਠੀਕ ਹੈ ਨਾ? ਜਦੋਂ ਨੰਬਰ ਬਹੁਤ ਜ਼ਿਆਦਾ ਨਾ, ਉਹਦੇ ਸ਼ੀਸ਼ੇ ਬੜੇ ਮੋਟੇ ਬਣਦੇ, ਤੇ ਕਈਆਂ ਨੂੰ ਉਨੇ ਮੋਟੇ ਸ਼ੀਸ਼ੇ ਜਿਹੜੇ ਉਹ ਔਡ ਲੱਗਦੇ, ਕਹ ਲਓ ਸ਼ਰਮ ਆਉਂਦੀ ਉਨੀ ਮੋਟੀ ਐਨਕ ਲਾਉਣ, ਹਨਾ? ਤੇ ਐਸ ਸੱਚ ਉਹਦਾ ਇੱਕ ਅਲਟਰਨੇਟਿਵ ਆਉਂਦਾ ਵਾ, ਅਸੀਂ ਉਹਨੂੰ ਕਹਿੰਦੇ ਇੱਕ ਗਲਾਸਿਸ ਆਉਂਦੇ ਜਿਹਨੂੰ ਇੰਡੈਕਸ ਗਲਾਸ ਕਹਿੰਦੇ। ਇੰਡੈਕਸ ਗਲਾਸ ਜਿਹੜਾ ਹੋਏਗਾ ਉਹਦੀ ਐਸ ਸੱਚ ਖੂਬੀ ਇਹ ਹੁੰਦੀ ਆ ਜਾਂ ਉਹਦੀ ਕੁਆਲਿਟੀ ਇਹ ਹੈਗੀ ਆ, ਉਹ ਬਹੁਤ ਜ਼ਿਆਦਾ ਥਿਨ ਲੈਂਸ, ਪਤਲਾ ਵਾ, ਠੀਕ ਹੈ? ਉਹ ਅਸੀਂ ਲੇਅਰ ਬਾਈ ਲੇਅਰ ਇੱਕ ਦੂਜੇ ਤੇ ਲੈਂਸ ਰੱਖ ਕੇ ਇੱਕ ਥਿਕ ਲੈਂਸ ਵਰਗਾ ਕੰਮ ਜਿਹੜਾ ਕੰਬੀਨੇਸ਼ਨ ਤੋਂ ਲੈਂਦੇ। ਉਹਦੀ ਐਡਵਾਂਟੇਜ ਇਹ ਹੁੰਦੀ ਆ ਕਿ ਵੀ ਥਿਨ ਲੈਂਸਸ ਜਿਹੜੇ ਨੇ ਜਦੋਂ ਕੰਬੀਨੇਸ਼ਨ ਚ ਲੈਨੇ ਤੇ ਜਿਹੜੀ ਟੋਟਲ ਮੈਗਨੀਫਿਕੇਸ਼ਨ ਆਏਗੀ, ਹਨਾ, ਉਹ ਦੋਨੋਂ ਲੈਂਸਸ ਦੀ ਇੰਡੀਵਿਜੂਅਲ ਮੈਗਨੀਫਿਕੇਸ਼ਨ ਦੀ ਪ੍ਰੋਡਕਟ ਦੇ ਬਰਾਬਰ ਆਉਂਦੀ ਹੈ। ਇਸ ਲਾਈਨ ਦਾ ਕੋਈ ਮਤਲਬ ਆ ਦੱਸੂਗਾ ਹੁਣੀ।
इन्हीं गल समझ लग रही जो बोले हैं? Yes, Yes. sir. सो Yes, sir. Yes, sir. ਇੱਕ ਥਿਕ ਲੈਂਸ ਲੈਣ ਦੀ ਥਾਂ ਤੇ ਤੁਸੀਂ ਨੰਬਰ ਆਫ ਥਿਨ ਲੈਂਸਿਸ ਲਓਗੇ ਨਾ ਤੇ ਉਹ ਚ ਪਹਿਲੀ ਐਡਵਾਂਟੇਜ ਇਹ ਆ ਕਿ ਵੀ ਤੁਹਾਡੀ ਜਿਹੜੀ ਫਾਈਨਲ ਇਮੇਜ ਹੋਏਗੀ ਉਹ ਸੀ ਕਹਿੰਦੇ ਜੀ ਹਾਈਲੀ ਮੈਗਨੀਫਾਈਡ ਹੋਏਗੀ ਰਾਦਰ ਦੈਨ ਟੂ ਯੂਜ਼ ਅ ਸਿੰਗਲ ਥਿਕ ਲੈਂਸ। ਸਿੰਗਲ ਥਿਕ ਲੈਂਸ ਦੀ ਜਗ੍ਹਾ ਤੇ ਮਲਟੀਪਲ ਲੈਂਸਿਸ ਦਾ ਕੰਬੀਨੇਸ਼ਨ ਜੋੜ ਦੋ, ਇਮੇਜ ਦੀ ਮੈਗਨੀਫਿਕੇਸ਼ਨ ਜ਼ਿਆਦਾ ਵਧੀਆ ਆਉਂਦੀ। ਦੂਜਾ ਅਸੀਂ ਉਹ ਚ ਇਹ ਦੱਸਦੇ ਪਏ ਕਿ ਜਿਹੜੀ ਫਾਈਨਲ ਇਮੇਜ ਆ मतलब पहले लेंस ने इमेज दी फिर दूजे ने इमेज दी, ਜਿਹੜੀ फाइनल इमेज बनी आ वो फाइनल इमेज हमेशा इरेक्ट बनेगी, ठीक है जी, विद रिस्पेक्ट टू ऑब्जेक्ट। नॉर्मल केसेस दे अंदर ऑब्जेक्ट प्रिंसिपल एक्सिस तो ऊपर आ ते इमेज ओदी रियल बन के थले आ, पर जे मैं एज सच ओदी इमेज नु सीधा करना है ना, मैनू किसी चीज दी इमेज तो दिखदी पई आ, जदों मैं डायरेक्ट दिखदा पिया ते मैनू वो पुठी दिखदी पई, अपसाइड डाउन दिखदी, पर जे मैं किसी एक लेंस की हेल्प ना ओदी इमेज नु सीधा कर लवां ते फिर मैनू उस मूवमेंट ते ओनू देखण च कोई कहंदा जी प्रॉब्लम नहीं आई। इन्नी गल पहले समझ लगी? Yes, sir. जो दसदा पिया आपां एक टॉपिक पढ़ांगे, ठीक है जी, टॉपिक होएगा टेलीस्कोप, ठीक है, ऑप्टिकल इंस्ट्रूमेंट्स। टेलीस्कोप दे विच एक अपने कोल पार्ट आंदा टेरेस्ट्रीयल टेलीस्कोप। टेरेस्ट्रीयल टेलीस्कोप ते एक एस्ट्रोनॉमिकल टेलीस्कोप। टेरेस्ट्रीयल टेलीस्कोप का मतलब यह है कि अर्थ दे पईयां चीज़ां नूं देखना वा तुसीं, ते जदों अर्थ दे मैं किसी बंदे नूं खड़े नूं देखदा पिया मैनूं ओदी इमेज इनवर्टेड दिखनी, ठीक है जी, ओनू सीधा करने वास्ते इनवर्टेड नूं सीधा करने वास्ते असीं उस मूवमेंट ते एक एडिशनल लेंस होर कॉम्बिनेशन च जोड़ लेंगे, फिर इमेज मेरी जिहड़ी वो डायरेक्ट आ जाती। ठीक है, ओदी इमेज जिहड़ी आ वो ऐसा च असीं डायरेक्ट कर सकते, मतलब इरेक्ट कर सकते। क्या आ गल समझ लगी? Yes, sir. Yes, sir. सेम पॉइंट अजे अगे जाके आप जो टेलीस्कोप पढ़ांगे तो फिर एक बार रिपीट करांगा डायग्राम बना के। तीजा ਅਸੀਂ ਇਹਦੇ ਅੰਦਰ ਇਹ ਦੱਸਿਆ ਵਾ ਕਿ ਕਿਸੇ ਵੀ ਲੈਂਸ ਦੇ ਅੰਦਰ ਕੁਝ ਡਿਫੈਕਟ ਆਉਂਦੇ ਆ ਬੇਟਾ, ठीक है, ਜਿਹਦੇ ਕਰਕੇ ਇਮੇਜ ਉਹਦੀ ਕਲੀਅਰ ਨਹੀਂ ਹੁੰਦੀ। ਪਹਿਲਾਂ ਗੱਲ ਸਮਝ ਲਿਓ, ਠੀਕ ਹੈ ਜੀ, ਫਿਰ ਟੌਪਿਕ ਸ਼ੁਰੂ ਕਰਾਂਗੇ। ਉਹਨਾਂ ਵਿੱਚੋਂ ਇੱਕ ਡਿਫੈਕਟ ਨੂੰ ਅਸੀਂ ਨਾਮ ਦਿੰਨੇ ਸਫੈਰਿਕਲ ਅਬਰੇਸ਼ਨਸ। ਅਬਰੇਸ਼ਨ ਵਰਡ ਡਿਫੈਕਟ ਵਾਸਤੇ ਹੈ ਸਫੈਰਿਕਲ। ਜਿਹੜਾ ਲੈਂਸ ਜਿਹੜਾ ਮੋਟਾ ਹੋਏਗਾ ਉਹਦੀ ਕਰਵੇਚਰ ਦੀ ਬੈਂਡਿੰਗ ਜਿਹੜੀ ਪ੍ਰੋਪਰ ਨਹੀਂ ਕਈ ਵਾਰੀ ਹੋ ਪਾਉਂਦੀ, ਜਿਹਦੇ ਕਰਕੇ ਐਨਕ ਲਾਉਣ ਤੋਂ ਬਾਅਦ ਵੀ ਮੈਨੂੰ ਜਿਹੜਾ ਵਾ ਉਹ ਨਾ ਕਲੀਅਰ ਨਹੀਂ ਦਿਖਦਾ। ਉਹਦਾ ਕਾਰਨ ਇਹ ਹੋਏਗਾ ਕਿ ਜੇ ਮੇਰੇ ਕੋਲ ਇੱਕ ਥਿਕ ਲੈਂਸ ਹੋਏਗਾ, ਜਿਵੇਂ ਕੋਈ ਇੱਕ ਥਿਕ ਲੈਂਸ ਹੋਏਗਾ, ਇਹਦੇ ਤੇ ਜਦੋਂ ਨੰਬਰ ਆਫ ਰੇਜ਼ ਜਿਹੜੀਆਂ ਨੇ ਉਹ ਸਟ੍ਰਾਈਕ ਕਰਦੀਆਂ, ਹੁਣ ਸਾਰੀਆਂ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਰਹੀਆਂ ਤੇ ਰਿਫਰੈਕਸ਼ਨ ਤੋਂ ਬਾਅਦ ਸਾਰੀਆਂ ਰੇਜ਼ ਨੇ ਆਪਣੇ ਕੋਲ ਐਸਾ ਚ ਫੋਕਸ ਤੇ ਮੀਟ ਆਊਟ ਕਰ। ਪਰ ਜੇ ਇਹ ਲੈਂਸ ਇੰਨਾ ਕੁ ਥਿਕ ਹੈਗਾ ਵਾ ਕਿ ਇਹ ਸਫੈਰਿਕਲ ਅਬਰੇਸ਼ਨ ਡਿਵੈਲਪ ਕਰ ਦੇਵੇ ਤੇ ਹੁੰਦਾ ਇਹ ਆ ਕਿ ਵੀ ਇਹਦੇ ਚੋਂ ਕੁਝ ਰੇਜ਼ ਜਿਹੜੀਆਂ ਨੇ ਉਹ ਇੱਕ ਪੁਆਇੰਟ ਤੇ ਕਨਵਰਜ ਹੁੰਦੀਆਂ, ਦੂਜੀਆਂ ਜਿਹੜੀਆਂ ਰੇਜ਼ ਨੇ ਠੀਕ ਹੈ ਜੀ ਉਹ ਬਿਲਕੁਲ ਕਿਸੇ ਹੋਰ ਪੁਆਇੰਟ ਤੇ ਕਨਵਰਜ ਹੁੰਦੀ। ਇਹਦਾ ਮਤਲਬ ਆ ਕਿ ਸਾਰੀਆਂ ਰੇਜ਼ ਜਦੋਂ ਇੱਕ ਪੁਆਇੰਟ ਤੇ ਕਨਵਰਜ ਨਹੀਂ ਹੋਣਗੀਆਂ, ਅਸੀਂ ਕਹਿੰਦੇ ਜੀ ਉਸ ਵੇਲੇ ਤੁਹਾਡੀ ਇਮੇਜ ਦੀ ਕਲੈਰਿਟੀ ਜਾਂ ਬ੍ਰਾਈਟਨੈਸ ਪ੍ਰੋਪਰ ਨਹੀਂ ਹੋਏਗੀ। ਇਸ ਲਈ ਇਸ ਟਾਈਪ ਦੇ ਜਿਹੜੇ ਲੈਂਸ ਦੀ ਕਰਵੇਚਰ ਕਰਕੇ ਪ੍ਰੋਬਲਮ ਆਉਂਦੀ ਹੈ ਉਹਨਾਂ ਡਿਫੈਕਟ ਨੂੰ ਅਸੀਂ ਨਾਮ ਦਿੰਦੇ ਕਿ ਸਫੈਰਿਕਲ ਅਬਰੇਸ਼ਨਸ। ਇਹਨੀ ਗੱਲ ਸਮਝ ਲੱਗੀ? Yes, sir. ਬਾਕੀਆਂ ਨੂੰ ਕਲੀਅਰ ਹੈ? Yes, sir. Yes, sir. Yes, sir. ਇਹਦੇ ਵਿੱਚ ਅਸੀਂ ਐਸਐਚ ਰੇਜ਼ ਨੂੰ ਨਾਮ ਵੀ ਦਿੰਦੇ ਹਾਂ, ਜਿਹੜੀਆਂ ਤੁਹਾਡੀਆਂ ਰੇਜ਼ ਪ੍ਰਿੰਸੀਪਲ ਐਕਸਿਸ ਦੇ ਨੀਅਰ ਬਾਈ ਚੱਲਦੀਆਂ ਪਈਆਂ, ਇਹਨਾਂ ਰੇਜ਼ ਨੂੰ ਅਸੀਂ ਨਾਮ ਦੇ ਦਿੰਦੇ ਇਹ ਪੈਰਾ ਐਕਸੀਅਲ ਰੇਜ਼ ਆ। ਇਹ ਮੇਰੇ ਕੋਲ ਪੈਰਾ ਐਕਸੀਅਲ ਰੇਜ਼ ਆ ਤੇ ਜਿਹੜੀਆਂ ਰੇਜ਼ ਲੈਂਸ ਦੇ ਬਾਉਂਡਰੀ ਦੇ ਨੀਅਰ ਬਾਈ ਚੱਲਦੀਆਂ ਇਹਨਾਂ ਨੂੰ ਅਸੀਂ ਨਾਮ ਦੇ ਦਿੰਦੇ ਇਹ ਮੇਰੀਆਂ ਮਾਰਜਨਲ ਰੇਜ਼ ਨੇ। ਇਸ ਵਿੱਚ ਪੈਰਾ ਐਕਸੀਅਲ ਦਾ ਤੇ ਮਾਰਜਨਲ ਰੇਜ਼ ਦਾ ਨਾ ਫੋਕਸ ਅਲੱਗ-ਅਲੱਗ ਬਣਦਾ, ਜਿਹਦੇ ਕਰਕੇ ਇਮੇਜ ਦੀ ਕਲੈਰਿਟੀ ਜਿਹੜੀ ਬ੍ਰਾਈਟਨੈਸ ਜਿਹੜੀ ਉਹ ਘਟ ਜਾਂਦੀ। ਕੀ ਇੰਨੀ ਗੱਲ ਸਮਝ ਲੱਗੀ? Yes, sir. Yes, sir. ਸੋ ਫਿਰ ਇਹਨਾਂ ਦਾ ਇੱਕ ਮੋਟਾ ਲੈਂਸ ਲੈਣ ਦੀ ਜਗ੍ਹਾ ਤੇ ਥਿਕ ਲੈਂਸ ਦੀ ਜਗ੍ਹਾ ਤੇ ਕਹਿੰਦਾ ਤੁਸੀਂ ਥਿਨ ਲੈਂਸਿਸ ਲੈ ਕੇ ਉਹਨੂੰ ਇੱਕ ਦੂਜੇ ਦੇ ਕੰਟੈਕਟ 'ਚ ਲੈ। ਆਹ ਟੌਪਿਕ ਕਿਉਂ ਸ਼ੁਰੂ ਕਰਦੇ ਪਏ ਇੰਨੀ ਗੱਲ ਸਮਝ ਆਈ?
Yes, sir. इन्ना क्लियर आ? Yes, sir. Yes, sir. रवनीत, रोजमेरी, साजन, विर्क, सक्षम, क्लियर है दोनों? Yes. Yes, sir. Yes, sir. समीक्षा, सुखमन, सुखनीत, Yes, sir. Yes, sir. गूंगे होंगे तो बोलिया करो, कल्ले लगा रहेगा ना। चलो ਹੁਣ ਇਹ ਟੌਪਿਕ ਸ਼ੁਰੂ ਕਰ ਰਹੇ ਹਾਂ ਜੀ। ਇਹ ਚੋਂ ਆਪਾਂ ਸਿਰਫ ਇਹਨਾਂ ਲਿੱਤਾ ਕਿ ਜਦੋਂ ਅਸੀਂ ਲੈਂਸਿਸ ਨੂੰ ਕੰਬੀਨੇਸ਼ਨ ਚ ਲੈਂਦੇ ਆ ਤੇ ਉਦੋਂ ਇੱਕ ਤੇ ਓਵਰਆਲ ਮੈਗਨੀਫਿਕੇਸ਼ਨ ਵੱਧਦੀ ਆ, ਦੂਜਾ ਸਾਨੂੰ ਐਡਵਾਂਟੇਜ ਇਹ ਮਿਲਦੀ ਆ ਕਿ ਜਿਹੜੇ ਸਫੈਰਿਕਲ ਅਬਰੇਸ਼ਨਸ ਨੇ, ਸਫੈਰਿਕਲ ਡਿਫੈਕਟ ਆਉਂਦੇ ਥਿਨ ਲੈਂਸਿਸ ਦੇ ਲੈਣ ਤੇ ਇਸ ਟਾਈਪ ਦਾ ਡਿਫੈਕਟ ਇਹ ਚ ਨਹੀਂ ਬਣਦਾ। ਇਸ ਵਿੱਚ ਕਹਿੰਦੇ ਜੀ ਥਿਨ ਲੈਂਸਿਸ ਇਨ ਕੰਟੈਕਟ ਜਿਹੜੇ ਦੇ ਆਰ ਬੈਟਰ as compared to use of a single thick lens. क्या इतना क्लियर बच्चे? Yes, sir. Yes, Yes, sir. sir. चलो ਹੁਣ ਇਹੀ ਵਾਲਾ ਟਾਪਿਕ ਆਪਾਂ ਕੰਪਲੀਟ ਕਰਾਂਗੇ। ਉਹਨੇ ਕਿਹਾ ਜੀ ਜੇ ਤੁਹਾਡੇ ਕੋਲ ਦੋ ਲੈਂਸ ਹੈਗੇ, ਇਹ ਚ ਅਜ਼ੰਪਸ਼ਨ ਇਹ ਆ ਕਿ ਦੋਨੋਂ ਲੈਂਸਿਸ ਆਪਣੇ ਜਿਹੜੇ ਉਹ ਥਿਨ ਆ, ਆਪਾਂ ਮੋਟੇ ਬਣਾ ਲਏ, ਅਦਰਵਾਈਜ਼ ਆਪਣੇ ਦੋਨੋਂ ਲੈਂਸਿਸ ਜਿਹੜੇ ਥਿਨ ਲੈਂਸਿਸ ਆ, ਥਿਨ ਲੈਂਸਿਸ ਦਾ ਇੱਥੇ ਮਤਲਬ ਇਹ ਹੈਗਾ कि C1 ਤੇ C2 ਦੋ ਲੈਂਸਾਂ ਦੇ ਆਪਟੀਕਲ ਸੈਂਟਰ ਦੇ ਆਰ ਵੈਰੀ ਮਚ ਕਲੋਜ਼ ਟੂ ਵਨ, ਯਾਨੀ ਇਹ ਇੱਕ ਦੂਜੇ ਦੇ ਬਹੁਤ ਨੀਅਰ ਬਾਈ ਪੁਆਇੰਟਸ ਹੈਗੇ। ਹੁਣ ਉਹਦੇ ਲਈ ਅਸੀਂ ਕੀ ਕਰਨ ਲੱਗੇ, ਪਹਿਲਾਂ ਜਿਹੜਾ ਲੈਂਸ L1 ਹੋਵੇਗਾ, ਪਹਿਲਾਂ ਆਪਾਂ ਲੈਂਸ L1 ਲੈਣ ਲੱਗੇ। L1 ਲੈਂਸ ਵਾਸਤੇ ਮੇਰੇ ਕੋਲ ਆ AO ਜਿਹੜੀ ਆ ਮੇਰੀ ਇਨਸੀਡੈਂਟ ਰੇ ਬਾਜੂ, हाँ जी सर। ਇਨਸੀਡੈਂਟ ਰੇ ਨੂੰ ਲੈਂਸ ਦੇ ਸੈਂਟਰ ਤੱਕ ਸਿੱਧਾ ਲੈ ਗਏ। बेसिकली 4 बारी रिफ्रैक्शन होनी है, पहली सरफेस तो, दूजी तो, तीजी तो, चौथी तो। ਅਸੀਂ ਇਹਨੂੰ ਥੋੜਾ ਸਿੰਪਲੀਫਾਈ ਇਹ ਕਰ ਲਿਆ ਕਿ ਵੀ ਇਸ ਇੱਕ ਰਿਫਰੈਕਸ਼ਨ ਇਹਨੇ ਕਰਨੀ, ਇੱਕ ਦੂਜੇ ਲੈਂਸ ਨੇ ਕਰਨੀ। ਜਿਹੜੀ ਪਹਿਲੇ ਲੈਂਸ ਨੇ ਰਿਫਰੈਕਸ਼ਨ ਕੀਤੀ ਉਹਦੇ ਲਈ ਅਜ਼ੰਪਸ਼ਨ ਇਹ ਹੈਗੀ ਆ ਕਿ ਇਹਦੇ ਬੈਕ ਤੇ ਅਸੀਂ ਮੰਨਦੇ ਕੋਈ ਲੈਂਸ ਨਹੀਂ ਹੈ, ਯਾਨੀ L1 ਤੋਂ ਬਾਅਦ ਕੋਈ ਲੈਂਸ ਨਹੀਂ ਪਿਆ, ਤੇ ਇਹਦਾ ਮਤਲਬ ਹੋ ਗਿਆ ਇਸ ਲੈਂਸ ਤੋਂ ਲਾਈਟ ਨਿਕਲਣ ਤੋਂ ਬਾਅਦ ਇਹ ਕਨਵਰਜ ਕਰਕੇ I1 ਤੇ ਇਮੇਜ ਦਊਗੀ। Yes, sir. ਉਸ ਤੋਂ ਬਾਅਦ ਅਸੀਂ ਇੱਥੇ ਫਿਰ ਆ ਲੈ ਲਾਂਗੇ ਕਿ ਵੀ ਆ ਮੇਰਾ ਆਬਜੈਕਟ ਆ ਇਸ L1 ਲੈਂਸ ਵਾਸਤੇ, ਤੇ ਇਹ ਤੋਂ ਆ ਮੇਰੇ ਕੋਲ ਪਹਿਲੇ ਲੈਂਸ ਦੀ ਇਮੇਜ ਆ, ਯਾਨੀ ਇਹਦਾ U ਤੇ V ਦੋ ਚੀਜ਼ਾਂ ਬਣਦੀਆਂ ਪਈਆਂ ਆਪਣੀ। ਇੰਨੀ ਗੱਲ ਸਮਝ ਲੱਗੀ? Yes, sir. ਔਰ ਪਹਿਲੇ ਲੈਂਸ ਦੀ ਫੋਕਲ ਲੈਂਥ ਅਸੀਂ f1 ਮੰਨ ਲੈਂਦੇ, ਦੂਜੇ ਦੀ ਫੋਕਲ ਲੈਂਥ f2 ਆ। ਹੁਣ ਪਹਿਲੇ ਲੈਂਸ ਵਾਸਤੇ ਜਦੋਂ ਮੈਂ ਲੈਂਸ ਫਾਰਮੂਲਾ ਲਾਵਾਂਗਾ, ਗੱਲ ਸਮਝਿਓ ਧਿਆਨ ਨਾਲ, ਉਹਦੀ ਆਪਾਂ ਕੰਡੀਸ਼ਨ ਲਾ ਦਿੰਦੇ 1/b ਡੈਸ਼ -1/u ਇਕੁਅਲ ਟੂ 1/f1। ਇਹ ਪਹਿਲੇ ਲੈਂਸ ਲਈ ਬਣਿਆ। ਮੁੜ ਕੇ ਜਾ ਕੇ ਅਸੀਂ ਜਿੱਦਾਂ ਲੈਂਸ ਮੇਕਰ ਫਾਰਮੂਲੇ ਦੇ ਵਿੱਚ ਅਜ਼ੰਪਸ਼ਨ ਲਗਾਈ ਸੀ ਕਿ ਵੀ ਅਸੀਂ ਪਹਿਲਾਂ ਇਹ ਮੰਨਿਆ ਸੈਕਿੰਡ ਲੈਂਸ ਹੈ ਨਹੀਂ, ਤੇ ਇਸ ਲਈ A ਤੋਂ ਬਾਅਦ ਰੇ ਆ ਡਾਟਡ ਫਾਰਮ ਚ I1 ਤੇ ਪਹੁੰਚੀ। ਫਿਰ ਅਸੀਂ ਹੁਣ ਸੈਕਿੰਡ ਕੰਡੀਸ਼ਨ ਇਹ ਲੈ ਰਹੇ ਕਿ ਜੇ ਸੈਕਿੰਡ ਲੈਂਸ ਵੀ ਇੱਥੇ ਪਿਆ ਵਾ ਤੇ ਜਦੋਂ ਰੇ ਇਹ ਚੋਂ ਪਾਸ ਹੋਈ, ਤੇ ਇਹਨੇ ਲਾਈਟ ਨੂੰ ਹੋਰ ਜ਼ਿਆਦਾ ਬੈਂਡ ਕਰਾ ਦੇਣਾ, ਤੇ ਇਹਦੀ ਬੈਂਡ ਲਾਈਟ ਜਿਹੜੀ ਆ ਫਾਈਨਲ ਇਮੇਜ ਮੈਨੂੰ I ਤੇ ਦੇਗੀ, ਕਿਉਂਕਿ ਇੱਕ ਰੇ ਦੇ ਤੋਂ ਸਿੱਧੀ ਤੁਰੀ ਜਾਣੀ, ਆਪਟੀਕਲ ਸੈਂਟਰ ਵਾਲੀ ਅਨਡਿਫਲੈਕਟਡ ਨਿਕਲ ਗਈ, ਤੇ ਇਸ ਪੁਆਇੰਟ ਦੇ ਉੱਤੇ ਆ ਕੇ ਆ ਸਟ੍ਰੇਟ ਰੇਸ ਜਿਹੜੀ ਆਈ ਆ ਤੇ ਜਿਹੜੀ ਇੱਥੋਂ ਰਿਫਰੈਕਟ ਕਰਕੇ ਆਈ ਆ, ਇਹ ਦੋਨੋਂ I ਦੇ ਉੱਤੇ ਇਮੇਜ ਦੇਣਗੇ। Yes, sir. ਉੱਤੇ ਡਾਇਗਰਾਮ ਬਹੁਤ ਚੰਗੀ ਤਰ੍ਹਾਂ ਸਮਝਣ ਵਾਲੀ ਹੈਗੀ ਕਿ ਗੱਲ ਸਾਰਿਆਂ ਨੂੰ ਸਮਝ ਲੱਗ ਰਹੀ? Yes, sir. Sir. ਚਲ ਹੁਣ ਉਹਨੇ ਕਿਹਾ ਜੀ ਫਿਰ ਇੱਕ ਕੰਬੀਨੇਸ਼ਨ ਆਫ ਲੈਂਸ ਦੀ ਫੋਕਲ ਲੈਂਥ ਕੱਢ ਕੇ ਦਿਓ ਕੀ ਹੈਗੀ। ਇੰਡੀਵਿਜੂਅਲ ਲੈਂਸਸ ਦੀ ਫੋਕਲ ਲੈਂਥ ਅਸੀਂ f1 f2 ਰੱਖ ਲਈ। ਕਹਿੰਦਾ ਜੀ ਕੰਬੀਨੇਸ਼ਨ ਦੀ ਕੀ ਆਏਗੀ? ਉਹਦੇ ਲਈ ਕੀ ਕਰਾਂਗਾ, ਇੱਕ ਵਾਰੀ ਲੈਂਸ ਫਾਰਮੂਲਾ ਇਹਦੇ ਤੇ, ਲੈਂਸ ਮੇਕਰ ਨਹੀਂ ਕਹਿ ਰਹੇ, ਇੱਕ ਵਾਰੀ ਲੈਂਸ ਫਾਰਮੂਲਾ ਇਹਦੇ ਲਈ ਅਪਲਾਈ ਕਰੋ, ਫਿਰ ਇਹਦੇ ਵਾਸਤੇ ਅਪਲਾਈ ਕਰੋ। ਦੋ ਇਕੁਏਸ਼ਨਾਂ ਬਣੀਆਂ, ਦੋਨਾਂ ਨੂੰ ਐਡ ਕਰਕੇ ਜਾਂ ਸੋਲਵ ਕਰਕੇ ਆਪਾਂ ਫਾਈਨਲ ਵੈਲਿਊ ਦਵਾਂਗੇ। ਗੱਲ ਸਮਝ ਲੱਗ ਗਈ? Yes, sir. ਚਲੋ Yes, sir. ਇਹ ਥਿਊਰੀ ਤੁਹਾਡੇ ਸਮਝਣ ਵਾਲੀ ਸੀ ਪੁੱਤ, ਜਿੰਨੀ ਬੋਲੀ ਆ, ਠੀਕ ਹੈ ਜੀ। ਹੁਣ ਮੈਥਮੈਟੀਕਲ ਸਿਰਫ 4 ਲਾਈਨ ਹੀ ਆਪਾਂ ਇੱਥੇ ਗਈ ਅਪਲਾਈ ਲੈਂਸ ਫਾਰਮੂਲਾ ਫॉर L1 ਲੈਂਸ ਵਾਸਤੇ ਪਹਿਲਾਂ ਲੈਂਸ ਫਾਰਮੂਲਾ ਲਾਓ। ਲੈਂਸ ਫਾਰਮੂਲੇ ਦਾ ਆਪਣੇ ਕੋਲ ਫਾਰਮੂਲਾ ਸੀਗਾ 1/b ਡੈਸ਼ -1/u
इक्वल टू 1/f1। क्या इतना क्लियर? Yes, sir. चलो उस तो बाद ਅਸੀਂ ਕਹਿੰਦੇ ਜੀ ਕਿ ਵੀ ਸੈਕਿੰਡ ਲੈਂਸ ਪ੍ਰੈਜ਼ੈਂਟ ਆ। ਜਦੋਂ ਸੈਕਿੰਡ ਲੈਂਸ ਪ੍ਰੈਜ਼ੈਂਟ ਆ ਤੇ ਇਸ ਵਾਰ ਆ ਰੇ ਬੀ ਪੁਆਇੰਟ ਦੇ ਤੋਂ ਆ ਕੇ ਇਹ ਤੋਂ ਬਾਅਦ ਇਹਦੀ ਅਸੀਂ ਦਿਖਾਤੀ ਕਿ ਵੀ ਫਰਦਰ ਰਿਫਰੈਕਸ਼ਨ ਕਰਕੇ ਇਮੇਜ ਆਈ ਤੇ ਬਣੀ। ਹੁਣ ਜਦੋਂ ਇਹ ਇਮੇਜ ਹੋਏਗੀ ਇਹਦੇ ਲਈ ਆਬਜੈਕਟ ਕਿਹੜਾ? Virtual object. ਹਾਂ ਬਿਲਕੁਲ। ਇਸ ਵਾਰ ਜਿਹੜੀ ਪਹਿਲੇ ਲੈਂਸ ਦੀ ਇਮੇਜ ਆਈ ਆ ਇਹ ਦੂਜੇ ਲੈਂਸ ਵਾਲੀ ਆਬਜੈਕਟ ਕ੍ਰੀਏਟ ਹੋਊਗਾ ਬੇਟਾ। Yes, sir. ਓਏ ਪੁੱਤ ਸਾਰਿਆਂ ਨੂੰ ਗੱਲ ਸਮਝ ਲੱਗਦੀ ਵੀ ਜੋ ਦੱਸਦਾ ਪਿਆ? Yes, sir. Yes, sir. Yes, sir. ਚਲੋ ਸੋ ਜਿਹੜੀ ਪਹਿਲੇ ਲੈਂਸ ਦੀ ਇਮੇਜ ਆ ਉਹ ਇਸ ਪੁਆਇੰਟ ਤੋਂ ਫਰਦਰ ਰਿਫਰੈਕਟ ਕਰਕੇ ਫਾਈਨਲ ਇਮੇਜ ਆਈ ਤੇ ਦਿੰਦੀ ਪਈ। ਇਹਨਾਂ ਜਦੋਂ ਮੈਂ ਸੈਕਿੰਡ ਲੈਂਸ ਦੀ ਫਾਰਮੂਲਾ ਲਾਣਾ ਲੈਂਸ ਫਾਰਮੂਲਾ ਉਹਦੇ ਲਈ ਆ ਇਮੇਜ ਡਿਸਟੈਂਸ ਆ ਤੇ ਆ ਵਾਲਾ ਡਿਸਟੈਂਸ ਮੇਰਾ ਆਬਜੈਕਟ ਡਿਸਟੈਂਸ ਆ। ਇਹਦੀ ਗੱਲ ਸਮਝ ਲੱਗੀ? Yes, sir. Yes, sir. for lens 2 for lens L2 ਜੇ L2 ਲੈਂਸ ਵਾਸਤੇ ਲਾਈਏ ਤੇ ਆਪਣਾ ਫਾਰਮੂਲਾ ਬਣਿਆ 1/b minus 1/b dash equal to 1/f2। क्लियर है जी? Yes, sir. Yes, sir. चलो नेक्स्ट कंडीशन है कि भी ਤੁਸੀਂ ਦੋ ਲੈਂਸ ਦੀ ਥਾਂ ਤੇ ਇੱਕ ਲੈਂਸ ਲੈਣਾ ਹੋਵੇ। ਯਾਨੀ ਸੀ ਕਹਿੰਦੇ ਜੀ ਆ ਮੇਰੇ ਕੋਲ ਇੱਕ ਸਿੰਗਲ ਥਿਕ ਲੈਂਸ ਹੋਵੇ, ਇੱਕ ਸਿੰਗਲ ਲੈਂਸ ਮੇਰੇ ਕੋਲ ਗਿਵਨ ਇਹਦੇ ਲਈ ਆਬਜੈਕਟ ਅਸੀਂ ਕਿਤੇ ਰੱਖ ਲਿਆ, ਇਹਦੇ ਤੋਂ ਰੇ ਪਾਸ ਹੋਈ ਤੇ ਫਾਈਨਲੀ ਕਿਸੇ ਇੱਕ ਪੁਆਇੰਟ ਤੇ ਲਾਈਟ ਰੇ ਕਨਵਰਜ ਕਰਕੇ ਇਮੇਜ ਦਿੰਦੀ ਗਈ। ਮਤਲਬ ਦੋ ਲੈਂਸਸ ਦੀ ਥਾਂ ਤੇ ਜੇ ਇੱਕ ਸਿੰਗਲ ਲੈਂਸ ਲੈਣਾ ਤੇ ਸਿੰਗਲ ਲੈਂਸ ਦੀ ਫੋਕਲ ਲੈਂਥ ਅਸੀਂ f ਮੰਨ ਲੈਂਦੇ। ਇਹਦੇ ਲਈ ਆਬਜੈਕਟ ਡਿਸਟੈਂਸ ਜਿਹੜਾ ਸੇਮ u ਰੱਖਿਆ, ਫਾਈਨਲ ਇਮੇਜ ਦਾ ਡਿਸਟੈਂਸ ਸੇਮ v ਰੱਖਿਆ। ਯਾਨੀ ਜੇ ਦੋਨਾਂ ਲੈਂਸਸ ਨੂੰ ਰਿਪਲੇਸ ਕਰਨ ਵਾਲਾ ਇੱਕ ਇਕੁਇਵਲੈਂਟ ਲੈਂਸ ਹੋਵੇ ਹਨਾ, ਉਹਦੇ ਲਈ ਕਹਿੰਦਾ ਜੀ ਇਹਦੇ ਰਿਲੇਸ਼ਨ ਲਿਖ। ਇਹਦੇ ਲਈ ਰਿਲੇਸ਼ਨ ਲਿਖਾਂ ਤੇ ਆਪਣੇ ਕੋਲ ਆ ਗਿਆ ਇੱਥੇ ਲਿਖ ਰਿਹਾ for equivalent lens for equivalent lens 1/v minus 1/u equal to 1/f। clear है निकल? Yes, sir. Yes, फर्दर सिंपलीफाई करने लिए की करो इक्वेशन 1 ਤੇ ਇਕੁਏਸ਼ਨ 2 ਨੂੰ ਐਡ ਕਰ। ਠੀਕ ਹੈ ਨਾउ ਫਿਰ ਇਹਦੇ ਨਾਲ ਕੰਪੇਅਰ ਕਰਾਵਾਂਗੇ ਐਡ 1 ਐਂਡ 2 ਤੇ ਜੇ ਦੋਨਾਂ ਨੂੰ ਐਡ ਕਰੋ ਪਹਿਲੇ ਕੇਸ 'ਚ ਇਮੇਜ ਡਿਸਟੈਂਸ ਸੀਗਾ, ਦੂਜੇ ਕੇਸ 'ਚ ਆਬਜੈਕਟ ਡਿਸਟੈਂਸ ਬਣ ਚੁੱਕਾ ਹੋਇਆ, ਇਸ ਲਈ ਇੱਥੇ ਪਲੱਸ ਦਾ ਸੀਗਾ ਤੇ ਇੱਥੇ ਮੇਰੇ ਕੋਲੇ ਮਾਈਨਸ ਦਾ ਸਾਈਨ ਆ ਗਿਆ। ਸਮਝ ਲੱਗ ਗਈ ਗੱਲ? ਉਹ ਗੁੰਗਿਓ yes, sir. Yes, sir. Yes, sir. एक्टिव होके आवाज दे लो, ठीक है, तो एक्टिव होके पढ़ लो, सुस्त ना हो बेटा। 1/b minus 1/u लेफ्ट नु लेफ्ट साइड से ऐड करो, राइट साइड नु राइट साइड से ऐड करो, आपने को टर्म बन जानी 1/f1 प्लस 1/f2। ठीक है जी। हुन ਇਹਦੇ ਵਿੱਚੋਂ ਕਟਿੰਗ ਲਈਏ ਤੇ ਆ ਆਪਣੇ ਕੋਲ ਟਰਮ ਜਿਹੜੀ ਆ b dash ਤੇ ਇਧਰੋਂ ਇੱਥੇ ਸੀਗਾ ਨਾ 1/b minus 1/b dash ਇੱਥੇ ਸੌਰੀ ਇੱਥੇ ਸਾਈਨ ਪੜਨਾ ਸੀ ਭੁੱਲ ਗਏ ਆਪਾਂ 1/b dash ਹੈ ਬੇਟਾ 1/b dash ਤੇ 1/b dash ਕੈਨਸਲ ਹੋ ਜਾਣਾ, ਆਪਣੇ ਕੋਲ ਇੱਕ ਰਿਲੇਸ਼ਨ ਆ ਗਿਆ 1/b minus 1/u equal to 1/f1 plus 1/f2। ਹੁਣ ਜੇ ਕੰਪੇਅਰ ਕਰੋ ਆ ਰਿਲੇਸ਼ਨ ਨੂੰ ਇਕੁਏਸ਼ਨ ਨੰਬਰ 3 ਦੇ ਨਾਲ, ਜੇ ਇਹਨਾਂ ਨੂੰ ਕੰਪੈਰੀਜ਼ਨ ਕਰ ਲਓ, ਕੰਪੈਰੀਜ਼ਨ ਚ ਦੋਨਾਂ ਦੀ ਲੈਫਟ ਹੈਂਡ ਸਾਈਡ ਸੇਮ, ਇਸ ਲਈ ਰਾਈਟ ਹੈਂਡ ਸਾਈਡ ਦੋਨਾਂ ਦੀ ਆਪਸ ਵਿੱਚ ਇਕੁਏਟ ਹੋ ਸਕਦੀ ਹੈ। ਆ ਇਕੁਏਸ਼ਨ 4 ਆ ਗਈ from 3 and 4 from 3 and 4 ਆਪਣੇ ਕੋਲ ਰਿਜ਼ਲਟ ਆ ਜਾਏਗਾ 1/f equal to 1/f1 plus 1/f। यानी जे अपने दो लेंसेस कांटेक्ट हैगे आ और ਅਸੀਂ ਦੋਨੋਂ ਇਸ ਵੇਲੇ ਕਨਵੈਕਸ ਲੈਂਸ ਲਿੱਤੇ, ਇਸ ਲਈ ਉਹਦੀ ਇਕੁਇਵਲੈਂਟ ਫੋਕਲ ਲੈਂਥ ਜਿਹੜੀ ਹੈਗੀ ਆ ਉਹ ਦੋਨਾਂ ਦੀ ਰੈਸੀਪ੍ਰੋਕਲ ਫੋਕਲ ਲੈਂਥ ਦੀ ਸਮ ਟੋਟਲ ਤੋਂ ਬਣੇਗੀ। क्या ਇੰਨੀ ਗੱਲ ਸਮਝ ਆਈ?
Yes, sir. Yes, sir. Yes, sir. ਔਰ ਇਹ ਚ ਪੁੱਤ ਇੱਕ ਕੰਡੀਸ਼ਨ ਹੋਰ ਦਿਮਾਗ ਚ Yes, sir. ਨੂਮੈਰੀਕਲ ਵੇਲੇ ਯੂਜ਼ ਹੋ ਸਕਦੀ ਆ ਜਿਹੜਾ ਫਾਰਮੂਲਾ ਆਇਆ ਇਹ ਉਦੋਂ ਐਪਲੀਕੇਬਲ ਆ ਜਦੋਂ ਤੁਹਾਡੇ ਦੋਨੋਂ ਲੈਂਸਸ ਇਨ ਕੰਟੈਕਟ ਪਏ ਜੇ ਅਸੀਂ ਇਹ ਲਈਏ ਕਿ ਦੋਨੋਂ ਲੈਂਸਸ ਇਨ ਕੰਟੈਕਟ ਨਹੀਂ ਹੈਗੇ ਦੇ ਆਰ ਐਟ ਸਰਟਨ ਗੈਪ ਜਿੱਦਾਂ ਟੈਲੀਸਕੋਪ ਆ ਜਾਂ ਮਾਈਕਰੋਸਕੋਪ ਆ ਉਹਦਾ ਇੱਕ ਲੈਂਸ ਇੱਥੇ ਥੱਲੇ ਆ ਜਿਹਨੂੰ ਅਸੀਂ ਆਬਜੈਕਟਿਵ ਲੈਂਸ ਕਹਿੰਦੇ ਇੱਕ ਆਈ ਲੈਂਸ ਆ ਤੇ ਆਬਜੈਕਟਿਵ ਤੇ ਆਈ ਲੈਂਸ ਦੇ ਵਿੱਚ ਮੇਰੇ ਕੋਲ ਫਾਈਨਾਈਟ ਗੈਪ ਹੁੰਦਾ ਤੇ ਜਦੋਂ ਮੇਰੇ ਕੋਲ ਐਸ ਸੱਚ ਅਸੀਂ ਫਾਰਮੂਲਾ ਲਈਏ ਜੋ ਦੱਸਣ ਲੱਗਿਆ ਇਹ ਡਾਇਰੈਕਟ ਰਿਜ਼ਲਟ ਆ ਕਿ ਜਦੋਂ ਦੋਨੋਂ ਲੈਂਸਸ ਇਨ ਕੰਟੈਕਟ ਆ ਫਿਰ ਇਕੁਇਵਲੈਂਟ ਫੋਕਲ ਲੈਂਥ 1/f1 + 1/f2 ਤੋਂ ਨਿਕਲਦੀ ਪਰ ਜੇ ਲੈਂਸਸ ਮੇਰੇ ਕੰਟੈਕਟ ਚ ਨਾ ਹੋ ਕੇ ਇੱਕ ਦੂਜੇ ਤੋਂ ਕਹਿੰਦਾ ਜੀ ਗੈਪ ਦੇ ਉੱਤੇ ਆਉਂਦੇ ਹੋ ਫਿਰ ਇਹਦੀ ਫੋਕਲ ਲੈਂਥ ਦਾ ਇੱਕ ਫਾਰਮੂਲਾ ਹੈਗਾ ਫਿਰ ਇਹਦੀ ਫੋਕਲ ਲੈਂਥ ਦਾ ਫਾਰਮੂਲਾ ਹੈਗਾ 1/f1 + 1/f2 ठीक है जी -d/f1f2 रिजल्ट ड्राइव नहीं कर रहा डायरेक्ट लिख रहा मैं रिजल्ट डायरेक्ट लिख रहा कि जे दो लेंसेस अपने जेडे ने वो इन कांटेक्ट ना होके कुछ गैप दे उत्ते हो ते उदों ओदी टोटल फोकल लेंथ जेडी आ दोनों लेंसेस दी फोकल लेंथ ते डिपेंड करेगी ते नालों नाल दोनों लेंसेस दे विचला डिस्टेंस ऑफ सेपरेशन मैनूं कितना दिता होवे यानी दो लेंस आ ठीक है जी ਉਹਨਾਂ ਦਾ ਗੈਪ ਕਿੰਨਾ ਵਾ ਮੇਰੇ ਕੋਲ ਗਿਵਨ ਆ ਗੈਪ ਕਿੰਨਾ ਗਿਵਨ ਤੇ ਦੋਨਾਂ ਲੈਂਸਸ ਦੀ ਮੇਰੀ ਫੋਕਲ ਲੈਂਥ ਕਿੰਨੀ ਇਹਨਾਂ ਤਿੰਨ ਵੇਰੀਏਬਲ ਦੀ ਹੈਲਪ ਨਾਲ ਫਿਰ ਤੁਸੀਂ ਜਿਹੜੀ ਇਕੁਇਵਲੈਂਟ ਫੋਕਲ ਲੈਂਥ ਕੱਢੋ ਆ ਗੱਲ ਸਮਝ ਲੱਗੀ Yes, sir. Yes, sir. ठीक है एक तो थोड़ा वो भी फार्मूला लिख लेने जे दोनों लेंसेस इन कांटेक्ट आ तो सेपरेशन d 0 हो जू जिदे करके एटम निकल जानी ਤੇ ਟੋਟਲ ਫੋਕਲ ਲੈਂਥ f1 ਤੇ f2 ਦੇ ਰੈਸਿਪਰੋਕਲ ਐਡੀਸ਼ਨ ਤੋਂ ਆ ਪਰ ਜੇ ਲੈਂਸਸ ਦੇ ਕੰਟੈਕਟ ਨਾ ਹੋ ਕੇ ਗੈਪ ਤੇ ਆ ਫਿਰ -d/f1 f2 ਟਰਮ ਨਾਲ ਚੱਲੇਗੀ ਕਲੀਅਰ ਹੈ ਨੀ ਗੱਲ Yes, sir. ਚਲ ਦੂਜੇ ਪਾਸੇ ਨੂੰ ਲਿਖਣਾ ਹੋਵੇ ਆਲਸੋ ਪਾਵਰ ਦਾ ਫਾਰਮੂਲਾ ਦਾ 1/f ਇਹਦੀ ਫੋਕਲ ਲੈਂਥ ਦਾ ਰੈਸਿਪਰੋਕਲ ਜਿਹੜਾ ਵਾ ਉਹ ਅਸੀਂ ਪਾਵਰ ਆਫ ਲੈਂਸ ਕਵਾਂਗੇ कोई क्लियर आ Yes, sir. Yes. Yes, sir. पता भी आ कि भी सर ने आवाज देके पूछना फिर जवाब नहीं देते रोजमेरी क्लियर है तेनू सुखनीत Yes, sir. विच हामी भर दिया करो डाउट वद पूछ लिया करो पर बोलो सही कृतिका किरण Yes, sir. चलो कर रहे हैं जिथे मनिंदर लास्ट लिखा होना फोकल लेंथ वाला चलो दोबारा लिख देना इधरले पासे लिख देना रिजल्ट जड़ा आप ਉਹਦੇ ਚ ਇਹ ਕਿਹਾ ਵਾ ਕਿ ਵੀ ਜਦੋਂ ਲੈਂਸਸ ਤੁਹਾਡੇ ਕੰਟੈਕਟ ਨਾ ਹੋ ਕੇ ਕੁਝ ਗੈਪ ਦੇ ਉੱਤੇ ਪਏ ਆ ਤੇ ਉਦੋਂ ਉਹਦੀ ਫੋਕਲ ਲੈਂਥ ਕੱਢਣ ਦਾ ਜਿਹੜਾ ਫਾਰਮੂਲਾ ਲੱਗੇ ਉਹ ਅਸੀਂ ਕਹਿੰਦੇ 1/f = 1/f1 + 1/f2 -d/f1 f2 यानी फिर आ फार्मूला होएगा ਜਿਹੜੀ ਇਕੁਇਵਲੈਂਟ ਫੋਕਲ ਲੈਂਥ ਕੱਢ ਕੇ ਦੇਗਾ ਕਲੀਅਰ ਹੈ ਨੀ ਗੱਲ Yes, sir. ਚਲੋ ਇਸ ਤੋਂ ਬਾਅਦ ਆਪਣੇ ਕੋਲ ਵਰਡ ਆ ਜਾਂਦੇ ਕਿ ਵੀ ਫੋਕਲ ਲੈਂਥ ਦੇ ਰੈਸਿਪਰੋਕਲ ਨੂੰ ਪਾਵਰ ਕਹਿੰਦੇ ਯਾਨੀ ਜਿਵੇਂ ਐਸ ਚ ਆ ਪੜਾ ਤੇ v ਨੋਨ ਹੈ ਪਾਵਰ 1/f ਨੂੰ ਕਿਹਾ ਜਾਂਦਾ ਇਹ ਮਤਲਬ 1/f1 ਪਹਿਲੇ ਲੈਂਸ ਦੀ ਪਾਵਰ 1/f2 ਸੈਕਿੰਡ ਲੈਂਸ ਦੀ ਪਾਵਰ ਤੇ ਆ ਦੋਨੋਂ 1/f1 * 1/f2 है ना ਇਹਦੀ ਪ੍ਰੋਡਕਟ ਪਈ ਆ ਇਸ ਰਿਲੇਸ਼ਨ ਨੂੰ ਜੇ ਲਿਖਣਾ ਤਾਂ ਲਿਖਾਂਗੇ 1/f ਦੀ ਥਾਂ ਤੇ ਪਾਵਰ ਆ ਗਿਆ ਪਹਿਲੇ ਲੈਂਸ ਦੀ ਪਾਵਰ p1 दूसरे की पावर p2 -d * p1k यानी इक्विवेलेंट पावर ਕੱਢਣੀ ਹੋਵੇ ਆ ਦੋ ਲੈਂਸਸ ਨੂੰ ਮਿਲਾ ਕੇ ਇਸ ਲੈਂਸ ਦੀ ਤੇ ਦੋਨਾਂ ਲੈਂਸਸ ਦੀ ਪਾਵਰ ਪਤਾ ਹੋਵੇ ਤੇ -d ਟਾਈਮ ਦਾ p1 p2 ਆ यानी ਆ ਮੇਰੇ ਰਿਜ਼ਲਟ ਜਿਹੜੇ ਨੇ ਦੋਨੋਂ ਲਿਖਦਾ ਪਿਆ ਇਹ ਮੇਰੇ ਕੋਲ ਜਨਰਲਾਈਜ਼ਡ ਰਿਜ਼ਲਟ ਨੇ ਜੇ ਤੁਹਾਡੇ ਲੈਂਸਸ ਇਨ ਕੰਟੈਕਟ ਆ ਤੇ ਇਹਨਾਂ ਦੋਨਾਂ ਦੇ ਵਿੱਚ d ਨੂੰ 0 ਕਰ ਲਓ ਤੇ ਬਾਕੀ ਦਾ ਫਾਰਮੂਲਾ ਤੁਹਾਡਾ ਇਨ ਕੰਟੈਕਟ ਵਾਸਤੇ ਆ ਜਾਏਗਾ ਤੇ ਜੇ ਉਹ ਸੈਪਰੇਸ਼ਨ ਤੇ ਪਏ ਨੇ ਫਿਰ d ਵਾਲੀ ਟਰਮ ਨਾਲ ਹੋਰ ਜੁੜ ਜਾਏਗੀ ਕਿ ਇਹਨਾਂ ਕਲੀਅਰ ਹੋ ਜੇ Yes, sir. Yes, sir. Yes, sir.
गूंगिया नूं क्लियर? Yes, sir. Yes, sir. Yes, sir. चलो जे कोई डाउट है तो बोलो, जे ना क्लियर फिर कंटिन्यू करना। हाँ जी करिए वो तो कंटिन्यू। कोई करिए क्यों? Yes. Yes. चलो हजे टॉपिक यही कंटिन्यू करेंगे। अपने को टर्म आई है ਜਿਹੜੀ इक्विवेलेंट फोकल लेंथ का वो आ गई जी 1/f1 + 1/f2। ठीक है ਹੁਣ ਇਹਦੇ ਵਿੱਚ ਉਹਨੇ ਅੱਗੇ ਆਪਣੇ ਕੋਲ ਸਬ ਕੇਸ ਬਣਾ ਦੇਣਾ। ਕਹਿੰਦਾ ਜੀ ਜਿਹੜੇ ਤੁਹਾਡੇ ਦੋ ਲੈਂਸਸ ਨੇ ਜੇ ਇਹਨਾਂ ਵਿੱਚੋਂ ਇੱਕ ਕਨਵੈਕਸ ਤੇ ਇੱਕ ਕਨਕੇਵ ਹੋਵੇ। ਆਪਣੇ ਦੋ ਲੈਂਸਸ ਆ, ਇੱਕ ਦੀ ਫੋਕਲ ਲੈਂਥ f1 ਇੱਕ ਦੀ f2, ਜੇ ਇੱਕ ਕਨਵੈਕਸ ਤੇ ਇੱਕ ਕਨਕੇਵ ਹੋਵੇ ਠੀਕ ਹੈ ਜੀ, ਫਿਰ ਉਹਦੀ ਇਕੁਇਵਲੈਂਟ ਫੋਕਲ ਲੈਂਥ ਕੱਢ ਦੋ ਕੀ ਹੈ। ਫਿਰ ਉਹਦੇ ਵਿੱਚ ਅੱਗੇ ਹੋਰ ਕੇਸਿਸ ਬਣਾਵਾਂਗੇ। ਆ ਲਿਖਣ ਲੱਗਿਆ ਪਹਿਲਾਂ ਇਥੋਂ ਜੇ f ਕੱਢਣਾ ਤੇ f ਦਾ ਫਾਰਮੂਲਾ ਆ ਗਿਆ ਆਪਣੇ ਕੋਲ, एलसीएम लेके सॉल्व कर लो f2 + f1 सॉरी 1/f आ गया f2 + f1 / f1 f2। ये तो f काट के रख लो, f की वैल्यू f1 f2 / f1 + f2 बन जाएगी। इतना क्लियर है पहले? Yes, sir. Yes, sir. चल हुन ਇਹਦੇ ਵਿੱਚ ਸਬ ਕੇਸ ਬਣਾ ਰਹੇ ਹਾਂ। if one lens is convex if one lens is convex and other is concave, एक convex ਹੋਵੇ ਇੱਕ concave ਹੋਵੇ, ਫਿਰ ਇਹੀ ਰਿਲੇਸ਼ਨ ਜਿਹੜਾ ਆਪਾਂ ਦੁਬਾਰਾ ਲਿਖਣਾ ਹੋਵੇ ਆਪਾਂ ਲੈ ਲਗੇ ਕਿ ਜਿਹੜਾ ਕਨਵੈਕਸ ਆ ਉਹਦੀ ਫੋਕਲ ਲੈਂਥ f1 ਆ, ਕਨਕੇਵ ਦੀ f2 ਆ। ਇਹਦਾ ਮਤਲਬ ਆਪਣੇ ਕੋਲ ਆ ਗਿਆ therefore f1 ਦੀ ਵੈਲਿਊ ਪੋਜ਼ਿਟਿਵ ਚ f1 ਆ ਜਾਏਗੀ ਐਂਡ f2 ਦੀ ਵੈਲਿਊ नेगेटिव ਚ f2 ਆ ਜਾਏਗੀ। क्लियर है जी? Yes, sir. फिर इस केस में जब अपना इक्विवेलेंट फोकल लेंथ लिखनी होगी भावे इसे फॉर्मूले से लिख लो f1 मेरा प्लस f1 दूसरी वैल्यू मेरी माइनस f2 आ ओवर में को प्लस f1 प्लस ऑफ माइनस f2 जे इनो एडजस्ट कर लिए ते अपनी टर्म बन गई माइनस f1 f2 ओवर f1 माइनस f2। क्लियर है ना? Yes, sir. Yes, sir. जे आ माइनस थले एडजस्ट कर दियो ठीक है जी, माइनस को अंदर एडजस्ट कर लो तो ये f2 - f1 लिखा जाऊगा। ये मतलब अपना इसे को लिखिए तो देयरफॉर f का फार्मूला f1 f2 ओवर f2 - f1 आ गया। आ मेरे को ऐसा जो कॉम्बिनेशन ऑफ लेंस दी फोकल लेंथ आई ਜਦੋਂ ਇੱਕ ਕਨਵੈਕਸ ਤੇ ਇੱਕ ਕਨਕੇਵ ਲੈਂਸ ਆ। ਇਹਨਾਂ ਸਮਝ ਲੱਗਿਆ ਜੀ? Yes, sir. Yes, sir. ਚਲ ਹੁਣ ਇਹਦੇ ਵਿੱਚ ਅੱਗਿਓਂ ਆਪਾਂ ਸਬ ਕੇਸ ਬਣਾਉਣ ਲੱਗੇ ਕਿ ਜਿਹੜੇ ਦੋ ਲੈਂਸ ਆ ਜੇ ਇੱਕ ਦੀ ਫੋਕਲ ਲੈਂਥ ਜ਼ਿਆਦਾ ਦੂਜੇ ਦੀ ਥੋੜੀ ਫਿਰ ਕੀ ਹੋ, ਜੇ ਇੱਕ ਦੀ ਕਹਿੰਦਾ ਦੋਨਾਂ ਦੀ ਫੋਕਲ ਲੈਂਥ ਬਰਾਬਰ ਆ ਤਾਂ ਫਿਰ ਮੇਰੇ ਕੀ ਰਿਜ਼ਲਟ ਆ। ਕੀ ਇੰਨੀ ਗੱਲ ਕਲੀਅਰ ਕਰ ਲਓ? Yes, sir. Yes, sir. ਇਹਦੇ ਕੇਸ ਬਣਾ ਰਹੇ ਹਾਂ ਤੇ ਇਹ ਚ ਫਸਟ ਕੇਸ ਇਹ ਲੈਣ ਲੱਗੇ if f1 = f2 ਜੇ ਦੋਨੋਂ ਲੈਂਸ ਜਿਹੜੇ ਯੂਜ਼ ਕਰੋਗੇ ਕਨਵੈਕਸ ਤੇ ਕਨਕੇਵ ਸੇਮ ਫੋਕਲ ਲੈਂਥ ਦੇ ਹੋਣ ਤੇ ਪੁੱਤ ਜਦੋਂ ਸੇਮ ਦੇ ਹੋਏ ਤੇ ਆ ਡਿਫਰੈਂਸ ਦੇ ਕਰਕੇ ਟਰਮ 0 ਹੋ ਜਾਊ Yes, sir. ਤੇ ਸਮਥਿੰਗ ਬਾਈ 0 ਜਿਹੜਾ ਉਹ ਇਨਫਾਈਨਾਈਟ ਹੋ ਜਾਂਦਾ। ਇਹਦਾ ਮਤਲਬ ਆ ਜਦੋਂ f1 f2 ਇਕੁਅਲ ਆ देयरफॉर f ਦੀ ਵੈਲਿਊ ਮੇਰੇ ਕੋਲ ਜਿਹੜੀ ਆ ਉਹ ਇਨਫਾਈਨਾਈਟ ਆ ਜਾਏਗੀ। ठीक है इस केस च f ਦੀ ਵੈਲਿਊ ਮੇਰੇ ਕੋਲ ਜਿਹੜੀ ਇਨਫਾਈਨਾਈਟ ਹੋ ਜਾਏਗੀ ਤੇ ਜਿਹੜੇ ਲੈਂਸ ਦੀ ਇਨਫਾਈਨਾਈਟ ਫੋਕਲ ਲੈਂਥ ਆ ਤੇ देयरफॉर ਜੇ ਪਾਵਰ ਲਿਖਣੀ ਹੋਵੇ ਪਾਵਰ 1/f ਵਾ ਯਾਨੀ ਪਾਵਰ ਆਫ ਲੈਂਸ 0 ਆ ਗਈ। ਇਹਦਾ ਮਤਲਬ ਆ ਜਿਸ ਲੈਂਸ ਦੀ ਪਾਵਰ 0 ਉਹ ਨਾ ਤਾਂ ਲਾਈਟ ਨੂੰ ਕਨਵਰਜ ਕਰਦਾ ਪਿਆ ਨਾ ਡਾਈਵਰਜ ਕਰਦਾ।
यानी कॉम्बिनेशन ऑफ कन्वेक्स लेंस दे विच जे दोनों लेंसेस सेम फोकल लेंथ वाले होंगे, एक ने जिन्ना कन्वर्ज करना, दूजे ने उन्ना डाइवर्ज करना, ते लाइट सीधी निकल जानी। गल समझ लगी? Yes, sir. Yes, sir. तो इस केस में रिजल्ट आ जाएगा, सो कॉम्बिनेशन ऑफ लेंस So combination of lenses should behave as glass slab। यानी वो मेरे को दो lenses जेडे ने वो जुड़ के भी ना लाइट ਨੂੰ ਕਨਵਰਜ ਕਰ ਪਾ ਰਹੇ ਨਾ ਡਾਈਵਰਜ ਕਰ ਰਹੇ। ਅਸੀਂ ਕਹਿੰਦੇ ਜੀ ਇਹਦਾ ਮਤਲਬ ਮੇਰੇ ਕੋਲ ਉਹ ਇੱਕ ਪਲੇਨ ਗਲਾਸ ਦੀ ਸ਼ੀਟ ਦੀ ਫਾਰਮ ਚ ਕਿੰਨਾ ਜੀ ਰਹਿ ਜੂਗੀ। ਕਿਹੜੀ ਗੱਲ ਸਮਝ ਲੱਗੀ? हाँ जी सर। ਉਹ ਸਾਰਿਆਂ ਦੇ ਪੱਲੇ ਪਈ। Yes, sir. Yes. Yes, sir. चलो Yes, पहला केस ये लेता हुआ कि भी f1 f2 इक्वल से। सेकंड केस ये बना लेते हैं if f1 ग्रेटर देन f2, जे भाई f1 दी वैल्यू f2 तो ग्रेटर होवे इस रिलेशन च की होएगा? जे f1 दी वैल्यू f2 तो ग्रेटर आ तो इस फार्मूले से की आऊगा? कच वैल्यू आऊगी प्लस और माइनस? Minus. माइनस, क्योंकि जे f1 ਵੱਡਾ ਵਾ ਤੇ ਇਹਨਾਂ ਛੋਟੇ ਜੋ ਵੱਡੀ ਟਰਮ ਮਾਈਨਸ ਕਰੂੰਗਾ ਤੇ ਇਹ ਓਵਰਆਲ ਟਰਮ 네ਗੇਟਿਵ ਹੋ ਜੂ। Yes sir। ਤੇ ਜਿਹੜੀ ਐਸਐਚ ਇਹਦਾ ਮਤਲਬ ਆਪਾਂ ਇੱਥੇ ਲਿਖੀਏ ਤਾਂ देयरफॉर ਇਸ ਕੇਸ ਦੇ ਅੰਦਰ f ਦੀ ਵੈਲਿਊ 네ਗੇਟਿਵ ਆਣੀ, ਤੇ ਜੇ f ਦੀ ਵੈਲਿਊ 네ਗੇਟਿਵ ਆਈ ਤੇ ਸਿਸਟਮ ਆਫ ਟੂ ਲੈਂਸਸ ਜਿਹੜਾ ਉਹ ਕਨਕੇਵ ਲੈਂਸ ਦੀ ਤਰ੍ਹਾਂ ਬਿਹੇਵ ਕਰੂ, ਕਿਉਂਕਿ ਕਨਕੇਵ ਲੈਂਸ ਦੀ ਫੋਕਲ ਲੈਂਥ 네ਗੇਟਿਵ ਹੁੰਦੀ। ਇਹਦਾ ਮਤਲਬ ਜੇ ਲਾਈਨ ਲਿਖੇ ਤੇ ਆ ਜਾਏਗੀ such combination of lenses should behave as diverging lens। क्या इतनी गल समझ लगी है पुत्र? Yes, sir. Yes, sir. Yes, sir. ठीक है, इधर केस ਜਿਹੜਾ ਵਾ ਉਹ ਇਹਦੇ ਤੋਂ ਰਿਵਰਸ ਕਰ ਦਿਓ। ਥਰਡ ਤੇ ਲਾਸਟ ਕੇਸ ਆ if f1 less than f2। ਹੁਣ ਜੇ f1 ਦੀ ਵੈਲਿਊ ਇਸ ਰਿਲੇਸ਼ਨ ਚ ਜਿਹੜੀ ਆ ਜਿਹੜਾ ਆਪਾਂ ਰਿਲੇਸ਼ਨ ਲਿੱਤਾ, ਜੇ ਇਹਦੇ ਵਿੱਚ f1 ਮੇਰਾ ਕਹਿੰਦਾ ਜੀ sh ਛੋਟਾ ਰਹਿ ਜੇ f2 ਮੇਰੇ ਕੋਲ ਵੱਡਾ ਹੋਵੇ, ਫਿਰ ਆ ਡਿਫਰੈਂਸ ਮੇਰਾ ਪੋਜ਼ਿਟਿਵ ਚ ਆ ਜਾਊ। Yes, sir. ਤੇ ਪੋਜ਼ਿਟਿਵ ਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਕੰਬੀਨੇਸ਼ਨ ਆ है ना वो मेरे को कहता जी सच कॉम्बिनेशन बिहेव एज ए, इस कॉम्बिनेशन को डिफाइन करिए ते दैट विल बिहेव एज ए कन्वर्जिंग लेंस। ठीक है बच्चे, ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਤੁਹਾਡੇ ਕੋਲ ਦੋ ਲੈਂਸਸ ਜਿਹੜੇ ਨੇ ਉਹ ਕੰਬੀਨੇਸ਼ਨ ਚ ਲਾਉਂਗੇ, ਉਹਨਾਂ ਦੇ ਵਿੱਚ ਇੱਕ ਕਨਵੈਕਸ ਇੱਕ ਕਨਕੇਵ ਹੋਵੇ, ਅਸੀਂ ਉਹਦੀ ਇਕੁਇਵਲੈਂਟ ਫੋਕਲ ਲੈਂਥ ਕੱਢ ਲਈ। ਉਹ ਕਹਿੰਦਾ ਉਹਦੇ ਬੇਸ ਤੇ ਦੱਸੋ ਕਿ ਦੋਨਾਂ ਲੈਂਸਿਸ ਚ ਜਦੋਂ ਲਾਈਟ ਪਾਸ ਕਰ ਜਾਂਦੀ ਹੈ ਤੇ ਓਵਰਆਲ ਦੋਨਾਂ ਲੈਂਸਿਸ ਨੇ ਮਿਲ ਕੇ ਲਾਈਟ ਨੂੰ ਕਨਵਰਜ ਕੀਤਾ, ਡਾਈਵਰਜ ਕੀਤਾ ਜਾਂ ਅਨਡਿਫਲੈਕਟਡ ਕਰ ਦਿੱਤਾ। ਉਹ ਚ ਅਸੀਂ ਤਿੰਨ ਕੇਸ ਬਣਾ ਲਏ ਕਿ ਜੇ ਦੋਨੋਂ ਲੈਂਸਿਸ ਦੀ ਫੋਕਲ ਲੈਂਥ ਸੇਮ ਆ, ਫੋਕਲ ਲੈਂਥ ਸੇਮ ਦਾ ਮਤਲਬ ਪਾਵਰ ਸੇਮ, ਇੱਕ ਦੀ ਲਾਈਟ ਨੂੰ ਜਿੰਨੀ ਕਨਵਰਜ ਕਰਨ ਦੀ ਪਾਵਰ ਆ ਦੂਜੇ ਦੀ ਉਨੀ ਡਾਈਵਰਜ ਕਰਨ ਦੀ, ਫਿਰ ਓਵਰਆਲ ਲਾਈਟ ਨਾ ਤਾਂ ਕਨਵਰਜ ਹੋਏਗੀ ਤੇ ਨਾ ਲਾਈਟ ਡਾਈਵਰਜ ਹੋਏਗੀ। इतनी गल समझ लगी? Yes sir। ते जे मेरे को f1 ग्रेटर देन f2 आ गया ते फिर नेट फोकल लेंथ जेडी नेगेटिव आई ते नेगेटिव फोकल लेंथ जेडी है वो कनकेव लेंस नहीं होती, यानी कन्वेक्स ते कनकेव दोनों जदों आपस कंबाइन कीते ओवरऑल जेड़ा वा कनकेव लेंस डोमिनेट कर जू, इसलिए ओवरऑल उन्हें लाइट नु जेड़ा वो डाइवर्ज कर दे। ते जे एक तो रिवर्स लिखा f1 लेस देन f2, फिर कॉम्बिनेशन जेड़ा वो कन्वेक्स लेंस की तरह के नदी बिहेव करेगी। क्या तीन केसेस क्लियर है वाले? Yes, sir. Yes. Yes, sir. कोई सारे नु क्लियर है? हुन एंड च तो हां बोल दो घटो घट, ये ना बोलनी ना Yes, sir. Yes, sir. Yes, sir.